थोड़ी देर च शुरू होएगी पंजाब विधानसभा की कार्रवाई। अज भी सैशन च हंगामे के आसार। कानून व्यवस्था सने कई मुद्दों ते घेरनगे विरोधी। आज सदन तो लेकर सड़क तक संग्राम। बीजेपी करेगी विधानसभा का घेराव। अश्विनी शर्मा की अगवाई च होएगा विरोध प्रदर्शन। बीजेपी तो बाद हुण कांग्रेस ने भी कानून व्यवस्था ते चुके सवाल। होले महल्ले दे विच एनआरआई दे कतल मामले नूं लैके सरकार ते साधिया निशाना। बोले सूबे च चौपट हुई कानून व्यवस्था। विधानसभा दे विच कल पेश होने वाले बजट ते बोले प्रताप बाजवा। कहा सानू सरकार तो नहीं कोई उम्मीद, इन्हां कोल तां जहर खाण लई भी नहीं ने पैसे। आज अमृतसर पहुंचणगे राष्ट्रपति द्रौपदी मुर्मू। मुख्यमंत्री भगवंत मान करनगे स्वागत। दरबार साहिब टेकणगे मत्था। जलियांवाला बाग अते दुर्गियाना मंदिर भी जाणगे राष्ट्रपति। बंदी ਸਿੰਘਾਂ ਦੀ रिहाई ਦੇ ਲਈ राष्ट्रपति ਨੂੰ ਮੰਗ ਪੱਤਰ सौंपेगी एसजीपीसी। ਅੱਜ अमृतसर पहुंच रहे ਨੇ राष्ट्रपति द्रौपदी मुर्मू। अमृतपाल ਦੇ ਸਮਰਥਕਾਂ ਦੇ ਗਨ ਲਾਇਸੈਂਸ ਹੋਣਗੇ ਰੱਦ। ਪੰਜਾਬ ਪੁਲਿਸ ਨੇ ਜੰਮੂ ਕਸ਼ਮੀਰ ਪੁਲਿਸ ਨੂੰ ਤੁਰੰਤ ਲਾਇਸੈਂਸ ਰੱਦ ਕਰਨ ਦੇ ਲਈ ਕਿਹਾ। 2010 ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਸੀ ਅਸਲੇ ਦੇ ਲਾਇਸੈਂਸ। ਨਿਹੰਗ ਬਾਣੇ 'ਚ ਕਤਲ ਹੋਏ ਐਨਆਰਆਈ ਦਾ ਹਾਲੇ ਤੱਕ ਨਹੀਂ ਹੋਇਆ ਸੰਸਕਾਰ। 2 ਦਿਨ ਬਾਅਦ ਵੀ ਤਣਾਅ ਬਰਕਰਾਰ। ਅੱਜ ਮ੍ਰਿਤਕ ਦੇਹ ਨੂੰ ਲੈਣ ਲਈ ਰੋਪੜ ਪਹੁੰਚ ਰਿਹਾ ਪਰਿਵਾਰ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਹਲਚਲ ਤੇਜ਼। ਬੀਜੇਪੀ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਲਾਏ ਚੋਣ ਇੰਚਾਰਜ। ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ। ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਸੌਂਪੀ ਜ਼ਿੰਮੇਵਾਰੀ। ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਆ ਜਾ ਸਕਦਾ ਹੈ ਫੈਸਲਾ। ਐਸਜੀਪੀਸੀ ਦੇ ਵੱਲੋਂ ਦਾਖਲ ਪਟੀਸ਼ਨ ਤੇ ਹਾਈ ਕੋਰਟ ਸੁਣਾ ਸਕਦਾ ਹੈ ਫੈਸਲਾ। ਪਿਛਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਵਾਰ-ਵਾਰ ਪੈਰੋਲ ਨਾਲ ਵਿਗੜ ਸਕਦੀ ਹੈ ਸੂਬੇ ਦੀ ਕਾਨੂੰਨ ਵਿਵਸਥਾ। ਦਿੱਲੀ ਦੇ ਭਜਨਪੁਰਾ 'ਚ ਵਾਪਰਿਆ ਵੱਡਾ ਹਾਦਸਾ। ਅੱਖਾਂ ਝਪਕਦੇ ਹੀ ਮਿੱਟੀ 'ਚ ਮਿਲੀ 5 ਮੰਜ਼ਿਲਾ ਇਮਾਰਤ। ਜਾਨੀ ਨੁਕਸਾਨ ਤੋਂ ਰਿਹਾ ਬਚਾ। ਮਸ਼ਹੂਰ ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦਾ ਹੋਇਆ ਦੇਹਾਂਤ। 67 ਸਾਲ ਦੀ ਉਮਰ 'ਚ ਲਏ ਆਖਰੀ ਸਾਹ। ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਮੌਤ। ਸੀਐਮ ਮਾਨ ਸਣੇ ਕਈ ਵੱਡੇ ਸਿਆਸਤਦਾਨਾਂ ਨੇ ਜਤਾਇਆ ਦੁੱਖ। ਆਸਟ੍ਰੇਲੀਆ ਦੇ ਪੀਐਮ ਦੇ ਨਾਲ ਅਹਿਮਦਾਬਾਦ 'ਚ ਅੱਜ ਟੈਸਟ ਮੈਚ ਦੇਖਣਗੇ ਪ੍ਰਧਾਨ ਮੰਤਰੀ ਮੋਦੀ। ਦਿੱਗਜ ਖਿਡਾਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ ਦੋਵੇਂ ਪੀਐਮ। दस मार्च 2022 बदलाव वाले नतीजे आए। आम आदमी पार्टी ਨੂੰ ਵੱਡਾ ਬਹੁਮਤ ਹਾਸਲ ਹੋਇਆ। 10 मार्च 2023 बदलाव वाला बजट आएगा। एक्सपर्ट्स ਦੇ ਨਾਲ मेगा कवरेज। बदलाव वाला बजट शुक्रवार सवेरे 9 बजे तो लगातार। सत श्री अकाल, मैं अर्शदीप संधू। न्यूज़ 18 पंजाब देख रहे दर्शकों का स्वागत है। विधान सभा के सैशन का अज चौथा दिन है ते विरोधियों ने कानून व्यवस्था के मुद्दे ते सरकार नूं घेरना शुरू कर दिता है। कांग्रेस ने एनआरआई के कतल के मामले नूं लैके सवाल चुके ने ते कहा है कि पंजाब दे विच कानून व्यवस्था ठीक नहीं है, लोग सुरक्षित महसूस नहीं कर रहे। कांग्रेस ने एनआरआई कतल मामले दे विच सरकार ते निशाने साधे ने, सरकार ते सवाल चुके ने। कानून व्यवस्था का मुद्दा वार वार विरोधियों के वल्लों चुकिया जा रहा है ते एनआरआई का कतल होया होले महल्ले के दौरान एनआरआई निहंग सिंह दे बाणे दे विच सी, जिस दे वल्लों नौजवानों नूं हुल्लड़बाजी करन तो रोकिया गया ते उसका कतल कर दिता गया। हरभजन सिंह ईटीओ साहब भाजपा जिहड़ा विधान सभा का घेराव कर रही है। देखो चौथा दिन अज बजट सैशन का है। हर रोज़ ओपोजिशन कोई ना कोई बहाना बना के ते वॉकआउट कर रहे ने, बाईकाट कर रहे ने। ये कोई चंगी पार्लीमेंटरी डेमोक्रेसी दे विच कोई चंगी जिहड़ी आदत नहीं है, क्योंकि लोकां ने इन भेजा, इन कीता विधान सभा दे अंदर भेजा।
ਵੋਟਾਂ ਪਾ ਕੇ ਇੰਨਾ ਪੈਸਾ ਖਰਚ ਕਰਕੇ। ਵਿਧਾਨ ਸਭਾ ਸਾਡੇ ਕੋਲ ਵਧੀਆ ਫੋਰਮ ਆ ਡਿਬੇਟ ਕਰਨ ਦਾ, ਗੱਲ ਕਰਨ ਦਾ। ਉਹਨਾਂ ਨੂੰ ਚਾਹੀਦਾ ਕਿ ਅੰਦਰ ਆ ਕੇ ਆਪਦੀ ਗੱਲ ਰੱਖਣ ਜਿਹੜੀ ਵੀ ਕਰਨੀ ਹੈ। ਰਾਜਾ ਵੜਿੰਗ ਕਹਿ ਰਹੇ ਆਲ ਪਾਰਟੀ ਮੀਟਿੰਗ ਜਿਹੜੀ ਹੈ ਉਹ ਕੇਂਦਰ ਸੂਬਾ ਸਰਕਾਰ ਜਿਹੜੀ ਉਸ ਦੇ ਦੇਖੋ ਅੰਦਰ ਕੀ ਆ, ਅੰਦਰ ਆਲ ਪਾਰਟੀਜ਼ ਹੀ ਨੇ। ਜਿਹੜੇ ਬੰਦੇ ਜਿੱਤੇ ਨੇ ਸਾਰੇ ਆਲ ਪਾਰਟੀਜ਼ ਨੇ। ਬੀਐਸਪੀ ਦੇ ਮੈਂਬਰ ਬੈਠਦੇ ਨੇ, ਬੀਜੇਪੀ ਦੇ ਬੈਠਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੈਠਦੇ ਨੇ, ਕਾਂਗਰਸ ਦੇ ਬੈਠਦੇ ਨੇ, ਆਜ਼ਾਦ ਉਮੀਦਵਾਰ ਵੀ ਨੇ। ਇਹ ਕੀ ਆ? ਇਸ ਤੋਂ ਇਲਾਵਾ ਹੋਰ ਕਿਹੜੀਆਂ ਲੇਕਿਨ ਉਹਨਾਂ ਨੇ ਬਾਈਕਾਟ ਕੀਤਾ, ਕਹਿੰਦੇ ਸੀਐਮ ਜਦੋਂ ਤੱਕ ਮਾਫੀ ਨਹੀਂ ਮੰਗਦੇ, ਸੀਐਮ ਸੈਸ਼ਨ ਚਾਹਣਗੇ ਅਸੀਂ ਨਹੀਂ ਆਵਾਂਗੇ। ਕਾਦੀ ਮਾਫੀ ਜੀ, ਕਾਦੀ ਮਾਫੀ? ਜੇ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਇਹ ਸਟੇਟਮੈਂਟ ਦਿੰਦੇ ਨੇ ਕਿ ਜਿੰਨੇ ਵੀ ਗਲਤ ਕੰਮ ਕੀਤਾ ਹੈ ਜਾਂ ਗਲਤ ਕੰਮ ਕਰੇਗਾ ਕਾਨੂੰਨ ਆਪਣੀ ਬਣਦੀ ਕਾਰਵਾਈ ਕਰੇਗਾ, ਇਹਦੇ ਚ ਮਾਫੀ ਵਾਲੀ ਕਿਹੜੀ ਗੱਲ ਆ? ਗੁਨਾਹ ਕੀ ਕੀਤਾ ਇਹ ਗੱਲ ਕਹਿ ਕੇ? ਮਾਫੀ ਤਾਂ ਗੁਨਾਹ ਦੀ ਹੁੰਦੀ ਹੈ ਨਾ। ਜੇ ਕੋਈ ਗੁਨਾਹ ਹੀ ਨਹੀਂ ਹੋਇਆ ਤੇ ਫਿਰ ਮਾਫੀ ਕਾਦੀ? ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਹੈ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਹੋਲਾ ਮੁਹੱਲਾ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਕਤਲ ਨੌਜਵਾਨ ਦਾ ਹੋ ਜਾਂਦਾ। ਦੇਖੋ ਬੜੀ ਮੰਦਭਾਗੀ ਘਟਨਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਕਤਲ ਹੋਣਾ। ਅਸੀਂ ਨਿਖੇਧੀ ਕਰਦੇ ਹਾਂ ਉਹਦੀ, ਪਰ ਜਿੱਥੋਂ ਤੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ, ਕੰਡੀਸ਼ਨ ਆ, ਉਹਨੂੰ ਪੰਜਾਬ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਖਤ ਕਾਰਵਾਈ ਜਿਹੜੀ ਆ ਉਹ ਕਰ ਰਹੇ ਹਾਂ, ਕਰਾਂਗੇ ਵੀ। ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖਾਂਗੇ। ਕਾਨੂੰਨ ਵਿਵਸਥਾ ਨੂੰ ਬਿਹਤਰ ਕਰ ਰਹੇ ਹਾਂ, ਕਰ ਵੀ ਰਹੇ ਹਾਂ ਔਰ ਅੱਗੇ ਵੀ ਕਰਾਂਗੇ, ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ। ਵਿਰੋਧੀਆਂ ਦੇ ਨਿਸ਼ਾਨਿਆਂ ਦੇ ਉੱਤੇ ਜਿਹੜਾ ਵੈ ਉਹ ਹਮਲਾਵਰ ਵੀ ਹੋਏ ਨੇ। ਕੁਲਦੀਪ ਸਿੰਘ ਧਾਲੀਵਾਲ ਵੀ ਆਏ ਨੇ। ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਤੁਹਾਡਾ ਬੜਾ ਜ਼ਿਕਰ ਹੋ ਰਿਹਾ ਹੈ, ਤੁਹਾਡਾ ਹਾਂ ਬਜਟ ਬਹੁਤ ਵਧੀਆ ਹੋਊਗਾ ਜੀ। ਤੁਸੀਂ ਇੱਕ ਬਤਾਓ। ਸੁਖਪਾਲ ਖਹਿਰਾ ਤੁਹਾਡੇ ਤੇ ਨਿਸ਼ਾਨਾ ਸਾਧ ਰਹੇ, ਕਹਿੰਦੇ ਤੁਸੀਂ ਕਹਿੰਦੇ ਟਵਿੱਟਰ ਚਲਾਉਣਾ ਨਹੀਂ ਆਉਂਦਾ, ਤੁਸੀਂ ਟਵਿੱਟਰ ਵੀ ਚਲਾਉਂਦੇ ਹੋ। ਸਰ ਮੈਂ ਤੇ ਇਹ ਕਿਹਾ ਸੀ, ਉਹਨਾਂ ਗੱਲ ਨਹੀਂ ਸਮਝੀ। ਮੈਂ ਤਾਂ ਕਿਹਾ ਮੈਂ ਲੋਕਾਂ ਲਈ ਨਹੀਂ ਚਲਾਉਂਦਾ, ਮੈਂ ਤਾਂ ਆਪਣੇ ਲਈ ਚਲਾਉਂਦਾ। ਉਹ ਗੱਲ ਨਹੀਂ ਸਮਝ ਸਕੇ। ਉਹ ਐਡੀ ਕੋ ਗੱਲ ਹੈ, ਕਿਹੜਾ ਇਸ਼ੂ ਯਾਰ? ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ। ਬੀਜੇਪੀ ਜਿਹੜਾ ਵੈ ਉਹ ਅੱਜ ਵਿਧਾਨ ਸਭਾ ਦਾ ਘਿਰਾਵ ਕਰ ਰਹੀ ਹੈ। ਕੋਈ ਗੱਲ ਨਹੀਂ, ਕਰ ਲੈਣ ਦੋ ਕੋਈ ਗੱਲ। ਹਾਂ ਵੇਖੋ, ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ। ਸਰਕਾਰ ਆਪਣਾ ਕੰਮ ਸਹੀ ਕਰ ਰਹੀ ਹੈ, ਵਧੀਆ ਕਰ ਰਹੀ ਹੈ। ਜਿਹੜਾ ਪ੍ਰੋਟੈਸਟ ਕਰਨਾ, ਕੋਈ ਧਰਨਾ ਮਜਾਦਾ, ਕੋਈ ਗੱਲ ਨਹੀਂ, ਹਰ ਇੱਕ ਦੀ ਡੈਮੋਕ੍ਰੇਸੀ। ਦੂਸਰਾ ਵੀ ਅਕਾਲ ਤਖਤ ਦੇ ਜਥੇਦਾਰ ਦੀ ਸਟੇਟਮੈਂਟ ਸੁਣੀ ਹੋਣੀ ਹੈ। ਉਹ ਕਹਿ ਰਹੇ ਕਿ ਸਿੱਖਾਂ ਦਾ ਪਾਰਲੀਮੈਂਟ ਜਿਹੜਾ ਵੈ ਐਸਜੀਪੀਸੀ, ਉਸ ਨੂੰ ਕੇਂਦਰ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨਹੀਂ ਦੇਖੋ, ਧਾਰਮਿਕ ਇਸ਼ੂ ਆ। ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਨੇ, ਸਾਡੇ ਹੈੱਡ ਨੇ ਸਿੱਖਾਂ ਦੇ, ਪਰ ਮੈਂ ਉਹਨਾਂ ਦਾ ਪੂਰਾ ਬਿਆਨ ਪੜ੍ਹਿਆ ਨਹੀਂਗਾ। ਪਰ ਜੇ ਸੈਂਟਰ ਗਵਰਨਮੈਂਟ ਦਖਲਅੰਦਾਜ਼ੀ ਕਰ ਰਹੀ, ਉਹ ਤਾਂ ਗਲਤੀ ਹੈ। ਇੱਕ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਲਗਾਤਾਰ। ਮੈਂ ਛੱਡੋ ਜੀ, ਮੈਨੂੰ ਸੈਸ਼ਨ ਤੇ ਜਾ ਲੈਂਦਾ ਤੁਸੀਂ, ਕੋਈ ਗੱਲ ਨਹੀਂ। ਹਾਂ ਠੀਕ। ਤਾਂ ਇਸ ਵੇਲੇ ਕੁਲਦੀਪ ਸਿੰਘ ਧਾਲੀਵਾਲ ਨਿਊਜ਼ 18 ਤੇ ਆਏ, ਗੱਲਬਾਤ ਕੀਤੀ ਡਾਕਟਰ ਬਲਬੀਰ ਸਿੰਘ ਨੇ। ਡਾਕਟਰ ਸਾਹਿਬ, ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਭਾਜਪਾ ਵੱਲੋਂ ਵਿਧਾਨ ਸਭਾ ਦਾ ਘਿਰਾਵ ਕੀਤਾ ਜਾ ਰਿਹਾ। ਦੇਖੋ, ਉਹਨਾਂ ਨੂੰ ਇਸ ਵੇਲੇ ਅਸੈਂਬਲੀ ਇਨ ਸੈਸ਼ਨ ਹੈ ਤੇ ਬਾਹਰ ਘਿਰਾਓ ਕਰਨ ਦੀ ਲੋੜ ਹੈ। ਅੰਦਰ ਆ ਕੇ ਅੰਦਰ ਤਾਂ ਆਉਂਦੇ ਨਹੀਂ ਜੀ ਉਹ। ਉਹਨਾਂ ਨੂੰ ਇਸ ਵੇਲੇ ਸੈਸ਼ਨ ਹੈਗਾ। ਜਿਹੜਾ ਇਹ ਸੈਸ਼ਨ ਹੈ, ਇਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਜਿਹੜੀ ਗੱਲ ਕਹਿਣੀ ਅੰਦਰ ਆ ਕੇ ਕਹਿਣ, ਉਹ ਬਾਹਰ ਵਾਲਾ ਪਾਣ ਤਾਂ ਬਾਅਦ ਵਿੱਚ ਪਾਈ ਜਾਣ ਸੈਸ਼ਨ ਤੋਂ ਬਾਅਦ। ਰਾਜਾ ਵੜਿੰਗ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਕਰ ਰਹੇ। ਦੇਖੋ ਮੇਰੀ ਗੱਲ ਸੁਣੋ, ਆਲ ਪਾਰਟੀ ਮੀਟਿੰਗ ਜਿਹੜਾ ਸਾਡਾ ਕੰਮ ਹੈ, ਜਿਹੜਾ ਲਾਅ ਐਂਡ ਆਰਡਰ ਹੈ, ਉਹਨੂੰ ਸਰਕਾਰ ਬੜਾ ਮਤਲਬ ਫਰਮ ਹੈਂਡ ਨਾਲ ਉਹਨੂੰ ਡੀਲ ਕਰੇਗੀ। ਔਰ ਦੇਖੋ, ਇਹ ਜਿਹੜੀ ਹੁੱਲੜਬਾਜ਼ੀ ਹੋ ਰਹੀ ਹੈ ਬਹੁਤ ਜਗ੍ਹਾ ਤੇ, ਜਿੱਥੇ ਵੀ ਹੋਈ ਹੈ ਹੁੱਲੜਬਾਜ਼ੀ ਹੋਈ ਹੈ। ਇਹਦੇ 'ਚ ਕੋਈ ਮਤਲਬ ਜਿਹੜਾ ਹੈਗਾ, ਇਹਦੇ 'ਚ ਜਿਹੜਾ ਕਾਨੂੰਨ ਹੈ ਆਪਣਾ ਕੰਮ ਕਰੇਗਾ। ਇਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ, ਇਹ ਮੁੱਦਾ ਰਾਜਨੀਤੀ ਕਰਨ ਦਾ ਨਹੀਂ ਹੈ ਜੀ। ਇਹ ਮੁੱਦਾ ਜਿਹੜਾ ਹੈਗਾ ਇਹ ਲਾਅ ਐਂਡ ਆਰਡਰ ਦਾ, ਪੁਲਿਸ ਆਪਣਾ ਕੰਮ ਕਰ ਰਹੀ ਹੈ। ਹੋਲਾ ਮੁਹੱਲਾ 'ਚ ਜਿਹੜਾ ਨੌਜਵਾਨ ਦਾ ਕਤਲ ਹੋ ਜਾਂਦਾ ਹੈ, ਉਸ ਨੂੰ ਲੈ ਕੇ ਸਟੇਟ ਤੇ ਸਵਾਲ ਚੁੱਕੇ ਜਾ ਰਹੇ ਹਨ। ਹੋਲਾ ਮੁਹੱਲਾ 'ਚ ਵੀ ਹੋਇਆ ਜੀ, ਸੈਲੇ 'ਚ ਵੀ ਹੋਇਆ, ਔਰ ਇੱਕ ਚੋਲਾ ਸਾਹਿਬ 'ਚ ਵੀ ਹੋਇਆ। ਤਿੰਨੋਂ ਹੀ ਹੁੱਲੜਬਾਜ਼ੀ ਦੇ ਕੇਸ ਹੈ ਔਰ ਸਾਰੇ ਲੋਕਾਂ ਨੂੰ ਉਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਸਹਿਯੋਗ ਕਰਨਾ ਚਾਹੀਦਾ ਹੈ, ਇਹ ਡਾਕਟਰ ਬਲਬੀਰ ਸਿੰਘ ਕਹਿ ਰਹੇ ਨੇ। ਔਰ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਤਾਂ ਸਰਕਾਰ ਜਿਹੜੀ ਹੈ ਉਹ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਹੈ ਔਰ ਸਰਕਾਰ ਦੇ ਵੱਲੋਂ ਮੰਤਰੀ ਜਿਹੜੇ ਨੇ ਉਹ ਵਿਰੋਧੀਆਂ ਦੇ ਜਵਾਬ ਦੇ ਰਹੇ ਨੇ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ। ਜਿਸ ਪ੍ਰਕਾਰ ਸੀਐਮ ਸਾਹਿਬ ਦੀ ਸ਼ਬਦਾਵਲੀ ਸੀ, ਉਹ ਨਹੀਂ ਹੋਣਾ ਚਾਹੀਦਾ ਸੀ। ਬਟ ਹੁਣ ਜੋ ਅਗਲਾ ਫੈਸਲਾ ਹੋਏਗਾ, ਉਹ ਸਾਰਿਆਂ ਦੀ ਗੱਲਬਾਤ ਦੇ ਰਾਹੀਂ, ਸਾਰਿਆਂ ਨਾਲ ਗੱਲਬਾਤ ਕਰਕੇ ਹੋਏਗਾ। ਕੱਲ ਬਜਟ ਵੀ ਪੇਸ਼ ਹੋਣ ਜਾ ਰਿਹਾ, ਬਜਟ ਤੋਂ ਕੀ ਕੁਝ ਉਮੀਦ ਹੈ? ਸੋ ਮੈਨੂੰ ਲੱਗਦਾ ਕਿ तमाम ਉਹ ਵਾਅਦੇ ਜਿਹੜੇ ਸਰਕਾਰ ਨੇ, ਵੱਡੇ ਬਹੁਤ ਸਾਰੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰਕੇ ਬਦਲਾਅ ਦੇ ਰੂਪ ਦੇ ਵਿੱਚ ਬਹੁਤ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਅੰਦਰ ਸਰਕਾਰ ਬਣਾਈ ਸੀ। ਅੱਜ ਵੀ ਉਹ ਸਾਡੀਆਂ ਜਿਹੜੀਆਂ ਭੈਣਾਂ, ਮਹਿਲਾਵਾਂ ਹੈਗੀਆਂ, ਹਰ ਔਰਤ ਭਗਵੰਤ ਮਾਨ ਜੀ ਦਾ 1000 ਰੁਪਇਆ ਉਡੀਕ ਰਹੀ ਹੈ ਕਿ ਸ਼ਾਇਦ ਉਹ 1000 ਰੁਪਇਆ ਆਏਗਾ ਔਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਆਪ 'ਚ ਰਾਹਤ ਮਹਿਸੂਸ ਕਰਾਂਗੇ। ਉਸ तमाम ਗੱਲਾਂ, ਬਹੁਤ ਸਾਰੇ ਹੋਰ ਜਿਹੜੇ ਵਾਅਦੇ ਕੀਤੇ ਸੀਗੇ, ਵਪਾਰੀਆਂ ਨਾਲ ਵਾਅਦੇ ਕੀਤੇ ਸੀ, ਕੱਚੇ ਮੁਲਾਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ। ਔਰ ਨਾਲੇ ਕੱਲ ਨੂੰ ਇਹ ਵੀ ਪਤਾ ਲੱਗੇਗਾ ਕਿ
ਬਜਟ ਦਾ ਜੋ ਰੈਵਨਿਊ ਕਹਿੰਦੇ ਸੀ ਐਸਟੀਮੇਟ ਰੈਵਨਿਊ ਹੋਣਾ ਚਾਹੀਦਾ ਸੀ ਉਹਦੇ ਚ ਕਿੰਨਾ ਕੀ ਡਿਫਰੈਂਸਸ ਹੈਗੇ ਹੈ ਔਰ ਉਮੀਦ ਕਰਦਾ ਕਿ ਇਹ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਉਹ ਹੁਣ 1 ਸਾਲ ਹੋ ਗਿਆ ਮੈਂ ਸਮਝਦਾ ਕਿ ਕਾਫੀ ਸਮਾਂ ਹੋ ਗਿਆ ਹੁਣ ਸਰਕਾਰ ਸਮਰੱਥ ਹੈਗੀ ਹੈ ਉਹਨਾਂ तमाम ਵਾਅਦਿਆਂ ਨੂੰ ਪੂਰੇ ਕਰਨ ਵਾਸਤੇ ਪਰਸੋਂ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਸਟੇਟਮੈਂਟ ਆਈ ਕਿ ਪਾਰਲੀਮੈਂਟ ਸਿੱਖਾਂ ਦੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੈਸ਼ਨਲ ਪਾਰਲੀਮੈਂਟ ਵੀ ਟੁੱਟੇ ਇਹ ਮੇਰੀ ਬਦਦੁਆ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਕੌਣ ਤੋੜ ਹਰਿਆਣਾ ਦੀ ਐਜੀਪੀਸੀ ਅੱਡ ਬਣਾਈ ਉਹਦੀ ਦੇਖੋ ਜੀ ਬਿਲਕੁਲ ਮੈਂ ਇਸ ਗੱਲ ਨਾਲ ਤਾਂ ਸਹਿਮਤ ਹੈ ਕਿ ਹਮੇਸ਼ਾ ਕੇਂਦਰ ਸਰਕਾਰ ਨੇ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਤੇ ਤਾਂ ਮੈਂ ਸਮਝਦਾ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ ਕਿ ਜੋ ਸਿੱਖ ਚਾਹੁੰਦੇ ਨੇ ਸਮੂਹ ਸਿੱਖ ਚਾਹੁੰਦੇ ਨੇ ਅਗਰ ਕੋਈ ਹਰਿਆਣਾ ਦਾ ਸਿੱਖ ਵੱਖਰੀ ਕਮੇਟੀ ਚਾਹੁੰਦੇ ਆ ਦੈਟਸ ਅ ਡਿਫਰੈਂਟ ਸਟੋਰੀ ਕਿ ਉੱਥੋਂ ਦੇ ਸਿੱਖ ਕੀ ਚਾਹੁੰਦੇ ਨੇ ਪਰ ਮੇਰਾ ਖਿਆਲ ਕਿ ਬਹੁਤੇ ਧਾਰਮਿਕ ਮਸਲਿਆਂ ਦੇ ਵਿੱਚ ਕੇਂਦਰ ਸਰਕਾਰ ਨੂੰ ਦਖਲ ਅੰਦਾਜ਼ੀ ਜਾਂ ਕਿਸੇ ਵੀ ਸਰਕਾਰ ਨੂੰ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਪਰ ਮੈਂ ਇੱਥੇ ਨਾਲ ਜਥੇਦਾਰ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਤੁਸੀਂ ਵੀ ਆਪਦੀਆਂ ਜ਼ਿੰਮੇਵਾਰੀਆਂ ਤੇ ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਹੋ ਅਸੀਂ ਸਾਰੇ ਤੁਹਾਡਾ ਸਨਮਾਨ ਕਰਦੇ ਹਾਂ ਪਰ ਅਸੀਂ ਇਹ ਚਾਹੁੰਦੇ ਕਿ ਤੁਸੀਂ ਵੀ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ तमाम ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਫੈਸਲੇ ਕਰੋ ਤਾਂ ਜੋ ਸਿੱਖੀ ਸਿਧਾਂਤ ਹੈ ਜਿਹੜਾ ਸਾਡਾ ਕਿਸੇ ਹੋਰ ਪਾਸੇ ਜਾਂ ਸਾਡੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਆਪਦੇ ਨਿੱਜੀ ਸਵਾਰਥਾਂ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਢਾਲ ਬਣਾਇਆ ਜਾ ਰਿਹਾ ਉਹ ਨਾ ਹੋਵੇ ਉਹਦੇ ਤੇ ਵੀ ਸਖਤ ਫੈਸਲੇ ਲੈਣ ਦੀ ਜ਼ਰੂਰਤ ਹੈ ਨਾ ਦੇ ਲਾਇਸੈਂਸ ਰੱਦ ਕੀਤੇ ਜਾਣ ਲੱਗੇ ਨੇ 500% ਲਾਇਸੈਂਸ ਰੱਦ ਹੋਣੇ ਚਾਹੀਦੇ ਹੈ ਕੋਈ ਵੀ ਵਿਅਕਤੀ ਹੈ ਉਹ ਸ਼ਰੇਆਮ ਅਗਰ ਰਾਜਾ ਵੜਿੰਗ ਵੀ ਆਪਦੇ ਹਥਿਆਰੀ ਲਾਇਸੈਂਸ ਲਾ ਕੇ ਮੇਰੇ ਕੋਲੇ ਹੋਣਗੇ 2 ਵੈਪਨ ਮੈਂ ਉਹਨਾਂ ਨੂੰ ਲੈ ਕੇ ਉਹਦਾ ਸ਼ਰੇਆਮ ਨਿਰੀਖਣ ਕਰਾਂ ਇੱਧਰ ਉੱਧਰ ਮੈਨੂੰ ਕੋਈ ਕਿਸੇ ਚੀਜ਼ ਦਾ ਖਤਰਾ ਹੈ ਕਿ ਹਾਂ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟਸ ਹੈਗੇ ਨੇ ਉਹ ਸਾਨੂੰ ਕਹਿੰਦੇ ਸਿਕਿਉਰਿਟੀ ਤੁਸੀਂ ਸਰਕਾਰ ਨੂੰ ਅਪੀਲ ਕਰੋ ਗਵਰਨਮੈਂਟ ਸਿਕਿਉਰਿਟੀ ਪ੍ਰੋਵਾਈਡ ਕਰੋ ਜੇ ਤੁਸੀਂ ਕਹਿੰਦੇ ਹੋ ਮੈਨੂੰ ਕਿਸੇ ਪ੍ਰਕਾਰ ਦਾ ਥ੍ਰੈਟ ਹੀ ਨਹੀਂ ਹੈ ਫਿਰ ਵਾਈ ਯੂ ਨੀਡ ਅ ਸਿਕਿਉਰਿਟੀ ਮੇਰੇ ਕਹਿਣ ਦਾ ਮਤਲਬ ਇਹ ਹੈ ਭਾਈ ਕਿ ਸਰਕਾਰ ਨੇ ਮਨਾਹੀ ਕੀਤੀ ਵੀ ਹੈ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਔਰ ਗੁਰਦੁਆਰਿਆਂ 'ਚ ਮੰਦਰਾਂ 'ਚ ਮਸਜਿਦਾਂ 'ਚ ਸਾਨੂੰ ਹਥਿਆਰ ਲੈ ਕੇ ਜਾਣ ਦੀ ਹੁਣ ਪਿੱਛੇ ਜੇ ਵੀ ਗੁਰਦੁਆਰਾ ਸਾਹਿਬ 'ਚ ਕੋਈ ਵਿਅਕਤੀ ਗਏ ਸਨ ਤੇ ਸ਼ਰੇਆਮ ਤੁਸੀਂ ਹਥਿਆਰਾਂ ਦੇ ਨਾਲ ਜੇ ਉੱਥੇ ਹੋਰ ਕਿਸੇ ਉਸ ਗੁਰੂ ਦੇ ਘਰੇ ਵੀ ਤੁਸੀਂ ਆਪਦੇ ਆਪ ਨੂੰ ਖਤਰਾ ਮਹਿਸੂਸ ਕਰਦੇ ਹੋ ਇਦੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਉੱਥੇ ਤਾਂ ਵੈਪਨ ਦੇ ਨਾਲ ਮੇਰਾ ਖਿਆਲ ਮੁੱਖ ਮੰਤਰੀ ਦੇ ਨਾਲ ਤੇ ਕਿਸੇ ਲੀਡਰ ਨਾਲ ਵੀ ਕੋਈ ਵਿਅਕਤੀ ਨਹੀਂ ਜਾਂਦਾ ਹੋਣਾ ਦੇ ਲਾਇਸੈਂਸ ਰੱਦ ਕੀਤੇ ਜਾਣ ਲੱਗੇ ਨੇ 500% ਲਾਇਸੈਂਸ ਰੱਦ ਹੋਣੇ ਚਾਹੀਦੇ ਹੈ ਕੋਈ ਵੀ ਵਿਅਕਤੀ ਹੈ ਉਹ ਸ਼ਰੇਆਮ ਅਗਰ ਰਾਜਾ ਵੜਿੰਗ ਵੀ ਆਪਦੇ ਹਥਿਆਰੀ ਲਾਇਸੈਂਸ ਲਾ ਕੇ ਮੇਰੇ ਕੋਲੇ ਹੋਣਗੇ 2 ਵੈਪਨ ਮੈਂ ਉਹਨਾਂ ਨੂੰ ਲੈ ਕੇ ਉਹਦਾ ਸ਼ਰੇਆਮ ਨਿਰੀਖਣ ਕਰਾਂ ਇੱਧਰ ਉੱਧਰ ਮੈਨੂੰ ਕੋਈ ਕਿਸੇ ਚੀਜ਼ ਦਾ ਖਤਰਾ ਹੈ ਕਿ ਹਾਂ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟਸ ਹੈਗੇ ਨੇ ਉਹ ਸਾਨੂੰ ਕਹਿੰਦੇ ਸਿਕਿਉਰਿਟੀ ਤੁਸੀਂ ਸਰਕਾਰ ਨੂੰ ਅਪੀਲ ਕਰੋ ਗਵਰਨਮੈਂਟ ਸਿਕਿਉਰਿਟੀ ਪ੍ਰੋਵਾਈਡ ਕਰੋ ਜੇ ਤੁਸੀਂ ਕਹਿੰਦੇ ਹੋ ਮੈਨੂੰ ਕਿਸੇ ਪ੍ਰਕਾਰ ਦਾ ਥ੍ਰੈਟ ਹੀ ਨਹੀਂ ਹੈ ਫਿਰ ਵਾਈ ਯੂ ਨੀਡ ਅ ਸਿਕਿਉਰਿਟੀ ਮੇਰੇ ਕਹਿਣ ਦਾ ਮਤਲਬ ਇਹ ਹੈ ਭਾਈ ਕਿ ਸਰਕਾਰ ਨੇ ਮਨਾਹੀ ਕੀਤੀ ਵੀ ਹੈ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਔਰ ਗੁਰਦੁਆਰਿਆਂ 'ਚ ਮੰਦਰਾਂ 'ਚ ਮਸਜਿਦਾਂ 'ਚ ਸਾਨੂੰ ਹਥਿਆਰ ਲੈ ਕੇ ਜਾਣ ਦੀ ਹੁਣ ਪਿੱਛੇ ਜੇ ਵੀ ਗੁਰਦੁਆਰਾ ਸਾਹਿਬ 'ਚ ਕੋਈ ਵਿਅਕਤੀ ਗਏ ਸਨ ਤੇ ਸ਼ਰੇਆਮ ਤੁਸੀਂ ਹਥਿਆਰਾਂ ਦੇ ਨਾਲ ਜੇ ਉੱਥੇ ਹੋਰ ਕਿਸੇ ਉਸ ਗੁਰੂ ਦੇ ਘਰੇ ਵੀ ਤੁਸੀਂ ਆਪਦੇ ਆਪ ਨੂੰ ਖਤਰਾ ਮਹਿਸੂਸ ਕਰਦੇ ਹੋ ਇਦੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਉੱਥੇ ਤਾਂ ਵੈਪਨ ਦੇ ਨਾਲ ਮੇਰਾ ਖਿਆਲ ਮੁੱਖ ਮੰਤਰੀ ਦੇ ਨਾਲ ਤੇ ਕਿਸੇ ਲੀਡਰ ਨਾਲ ਵੀ ਕੋਈ ਵਿਅਕਤੀ ਨਹੀਂ ਜਾਂਦਾ ਹੋਣਾ ਪੈਸੇ ਨੇ ਇਹਨਾਂ ਤੋਂ ਉਮੀਦ ਕੀ ਰੱਖਣੀ ਹੈ ਕਿਸੇ ਨੂੰ ਵੀ ਇਹਨਾਂ ਤੋਂ ਉਮੀਦ ਕੋਈ ਰੱਖਣ ਵੇਖੋ ਨਾ ਕਿਸੇ ਸਰਕਾਰੀ ਮੁਲਾਜ਼ਮ ਨਾ ਕਿਤੇ ਬੁਢਾਪਾ ਪੈਨਸ਼ਨ ਵੇਖੋ ਇੱਕ ਆਨੇ ਦੀ ਕਾਂਗਰਸ ਦੀ ਪਿਛਲੀ ਗਵਰਨਮੈਂਟ ਬੁਢਾਪਾ ਪੈਨਸ਼ਨ ਵਿਧਵਾਵਾਂ ਦੀ ਪੈਨਸ਼ਨ ਜਿਹੜੀ ਸੀ 500 ਤੋਂ ਕੀਤੀ 750 750 ਤੋਂ ਕੀਤੀ 1500 1 ਰੁਪਿਆ ਇਹਨਾਂ ਨੇ ਨਹੀਂ ਵਧਾਇਆ ਆਸ਼ੀਰਵਾਦ ਸਕੀਮ ਜਾਂ ਸ਼ਗਨ ਸਕੀਮ ਅਸੀਂ ਕਹੀਦਾ ਅਸੀਂ 21000 ਤੋਂ 55000 ਕੀਤੀ ਪਿਛਲੇ 1 ਸਾਲ 'ਚ ਕਿਸੇ ਵੀ ਗਰੀਬ ਬੱਚੀ ਨੂੰ ਸ਼ਾਦੀ ਦੇ ਵਿੱਚ 1 ਰੁਪਿਆ ਨਹੀਂ ਦਿੱਤਾ ਗਿਆ 20000 ਕਰੋੜ ਇਹਨਾਂ ਨੇ ਪ੍ਰੋਮਿਸ ਗਾਰੰਟੀ ਸੀ ਕੇਜਰੀਵਾਲ ਦੀ ਕਿ ਅਸੀਂ ਮਾਈਨਿੰਗ 'ਚੋਂ ਦੇਵਾਂਗੇ ਟੋਟਲ 135 ਕਰੋੜ ਰੁਪਇਆ ਹੋਇਆ ਕੋਈ ਜਵਾਬ ਨਹੀਂ ਦੇ ਸਕਿਆ ਭਗਵੰਤ ਮਾਨ ਜਿਹੜਾ ਜ਼ਿਆਦਾ ਭੜਕਿਆ ਇਸੇ ਗੱਲ ਤੋਂ ਭੜਕਿਆ ਮੈਂ ਕਿਹਾ ਕਿ 19865 ਕਰੋੜ ਰੁਪਇਆ ਤੁਹਾਡੇ ਵੱਲ ਇਹ ਠੱਗੀ ਤੁਸੀਂ ਮਾਰੀ
ਸਾਲ ਮਾਈਨਿੰਗ ਦੇ ਵਿੱਚ 7 ਮਹੀਨੇ ਠੇਕੇਦਾਰਾਂ ਨੇ ਕੀਤੀ ਹੈ, 5 ਮਹੀਨੇ ਮਾਈਨਿੰਗ ਗਵਰਨਮੈਂਟ ਨੇ ਕੀਤੀ ਤੇ ਪੈਸੇ ਟੋਟਲ ਇਕੱਠੇ ਹੋਏ 135 ਕਰੋੜ, ਗਾਰੰਟੀ ਸੀ 20,000 ਕਰੋੜ। ਦੂਜੀ ਗੱਲ ਹੈ, ਕੱਲ ਮੈਨੂੰ ਇੱਥੇ ਮੂਸੇਵਾਲਾ ਸਾਹਿਬ ਦੇ ਜਿਹੜੇ ਪੇਰੈਂਟਸ ਆਏ ਉਹਨਾਂ ਨੇ ਕਿਹਾ ਬਾਜੂ ਸਾਹਿਬ ਸਾਡੀ ਡਿਮਾਂਡ ਤੁਸੀਂ ਫੇਰ ਚੁੱਕੋ ਕਿ ਇੱਕ ਆਦਮੀ ਜਿਹਦਾ ਵੱਡਾ ਹੱਥ ਹੈ ਮੂਸੇਵਾਲੇ ਦੇ ਕਤਲ ਦੇ ਵਿੱਚ ਉਹ ਸੀਐਮਓ 'ਚ ਬੈਠਾ ਹੈ। ਕਿੱਡੇ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ 50 ਗਜ਼ ਬਾਹਰ ਆ ਕੇ ਆਪਣੇ ਆਫਿਸ ਤੋਂ ਇੰਨਾ ਇਹਨੂੰ ਸਮਝ ਲਓ ਕਿ ਇਹਨੂੰ ਰੱਬ ਭੁੱਲ ਚੁੱਕਿਆ ਕਿ 50 ਗਜ਼ ਬਾਹਰ ਆ ਕੇ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਜਿਹੜੇ 200 ਕਿਲੋਮੀਟਰ ਮਾਨਸੇ ਤੋਂ ਚੱਲ ਕੇ ਆਏ ਸੀ ਜਸਟਿਸ ਵਾਸਤੇ, ਉਹਨਾਂ ਗੱਲ ਸੁਣਨ ਨੂੰ ਤਿਆਰ ਨਹੀਂ। ਆਪਣਾ ਡਿਵੈਲਪਮੈਂਟ ਮਿਨਿਸਟਰ ਦੋ ਵਾਰ ਘੱਲਿਆ, ਇਹ ਗੱਲ ਕਹੀ ਕਿ ਅਸੀਂ ਹੁਣ 22 ਤੋਂ ਬਾਅਦ ਮਿਲਾਂਗੇ। ਮੈਂ ਪੁੱਛਿਆ ਉਹਨਾਂ ਨੂੰ ਧਾਲੀਵਾਲ ਸਾਹਿਬ ਇਹਦਾ ਜਵਾਬ ਦਿਓ ਕਿ 50 ਗਜ਼ ਬਾਹਰ ਆ ਕੇ ਕਿਉਂ ਨਹੀਂ ਮਿਲ ਸਕਦਾ, ਜਾਂ ਘੱਟ ਤੋਂ ਘੱਟ ਤੁਸੀਂ ਇਹਨਾਂ ਨੂੰ ਹੀ ਲੈ ਜਾਓ, ਉੱਥੇ ਚਾਹ ਦਾ ਕੱਪ ਪਿਆਓ, ਕੋਈ ਤਸੱਲੀ ਦਿਓ। ਉਹਨਾਂ ਦਾ ਇਹ ਮੰਨਣਾ ਹੈ ਕਿ ਸੀਐਮਓ ਦੇ ਵਿੱਚ ਇੱਕ ਮੀਡੀਆ ਐਡਵਾਈਜ਼ਰ ਇਹਦਾ ਬੈਠਾ ਹੈ ਜਿਹਨੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸੀਐਮ ਦੇ ਫੇਸ ਤੇ ਅਪਲੋਡ ਕੀਤੀ, ਜਿਹਦਾ ਐਡਵਾਂਟੇਜ ਲੈਂਦੇ ਹੋਏ ਗੋਲਡੀ ਬਰਾੜ ਹੋਣਾ ਨੇ ਲੜਕੇ ਦਾ ਸਿੱਧੂ ਮੂਸੇਵਾਲਾ ਦਾ ਫਿਰ ਕਤਲ ਕੀਤਾ। ਉਹਨਾਂ ਦੀ ਡਿਮਾਂਡ ਹੈ ਫਿਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ, ਉਹ ਕਹਿੰਦੇ ਸਾਰਿਆਂ ਨੂੰ ਪਹਿਲੇ ਤੇ ਅਸਤੀਫਾ ਲਏ ਉਹਦਾ, ਫਿਰ 120(b) ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਸ ਨੂੰ 120(b) ਚ ਇੰਟਰੋਗੇਟ ਕੀਤਾ ਜਾਏ ਤੇ ਇਹਦਾ ਕੇਸ ਇਹਦੇ ਉੱਤੇ ਰਜਿਸਟਰ ਕੀਤਾ ਕਨਸਪੀਰੇਸੀ ਦੇ ਵਿੱਚ ਕਿ ਹੀ ਇਜ਼ ਵਨ ਆਫ ਦੀ ਕਨਸਪੀਰੇਟਰਸ ਹੂ ਗਾਟ ਸਿੱਧੂ ਮੂਸੇਵਾਲਾ ਕਿਲ। ਇਹ ਸਾਰੀਆਂ ਗੱਲਾਂ ਵੜਿੰਗ ਸਾਹਿਬ, ਅਕਾਲ ਤਖਤ ਦੇ ਜਥੇਦਾਰ ਦੀ ਸਟੇਟਮੈਂਟ ਤੁਸੀਂ ਦੇਖੀ ਹੋਣੀ। ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਕਿ ਪਾਰਲੀਮੈਂਟ ਸਿੱਖਾਂ ਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ, ਸੈਂਟਰ ਦੇ ਉੱਤੇ ਨਿਸ਼ਾਨਾ ਸਾਧਿਆ ਔਰ ਕਹਿ ਰਹੇ ਮੈਂ ਬਦੂਆ ਦੇਣਾ ਕਿ ਜਿਹੜੀ ਨੈਸ਼ਨਲ ਪਾਰਲੀਮੈਂਟ ਹੈ ਉਹ ਵੀ ਟੁੱਟੇਗੀ, ਫਿਰ ਉਹਦੇ ਵੀ ਕਈ ਹਿੱਸੇ ਹੋਣਗੇ। ਮੈਨੂੰ ਨਹੀਂ ਸਮਝ ਆਈ ਕੀ ਕਿਹਾ ਤੁਸੀਂ। ਐਸਜੀਪੀਸੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕੇਂਦਰ ਸਰਕਾਰ ਦੇ ਵੱਲੋਂ, ਇਹ ਅਕਾਲ ਤਖਤ ਦੇ ਜਥੇਦਾਰ ਵੱਲੋਂ ਕਿਹਾ ਗਿਆ ਔਰ ਬਦੂਆ ਦਿੱਤੀ ਹੈ ਕਿ ਜਿਹੜੀ ਪਾਰਲੀਮੈਂਟ ਹੈ, ਦੇਸ਼ ਦੀ ਪਾਰਲੀਮੈਂਟ ਹੈ, ਉਸ ਨੂੰ ਵੀ ਟੁੱਟੇਗੀ, ਇਹ ਮੇਰੀ ਬਦੂਆ ਹੈ। ਦੇਖੋ ਜੋ ਜਥੇਦਾਰ ਜੀ ਨੇ ਕਿਹਾ ਉਹਨਾਂ ਕੋਈ ਇਨਫੋਰਮੇਸ਼ਨ ਹੋਏਗੀ, ਮੇਰੇ ਕੋਲ ਤੇ ਇਸ ਕਿਸਮ ਦੀ ਇਨਫੋਰਮੇਸ਼ਨ ਕੋਈ ਹੈ ਨਹੀਂ। ਦੋ ਮਿੰਟ ਮੈਨੂੰ ਇੱਕ ਗੱਲ ਦਾ ਜਵਾਬ ਤੇ ਦੇ ਲੈਣ ਨਾ, ਪੂਰੀ ਗੱਲ ਹੋ ਲੈਣ ਦਿਓ ਕਿ ਜੇ ਉਹਨਾਂ ਕੋਈ ਇਨਫੋਰਮੇਸ਼ਨ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ, ਤਾਂ ਮੇਰਾ ਖਿਆਲ ਕੋਈ ਇਹੋ ਜਿਹੀ ਕੋਸ਼ਿਸ਼ ਹੋਣੀ ਨਹੀਂ ਚਾਹੀਦੀ ਕਿਉਂਕਿ ਇਲੈਕਸ਼ਨਸ ਓਵਰਡਿਊ ਨੇ। ਅਸੀਂ ਤੇ ਯੂਨੀਅਨ ਹੋਮ ਮਿਨਿਸਟਰੀ ਨੂੰ ਕਹਿ ਕੇ ਥੱਕ ਗਏ ਆ ਸਾਰੇ ਵੈਲ ਮੀਨਿੰਗ ਪੰਜਾਬੀ ਤੇ ਵੈਲ ਮੀਨਿੰਗ ਸਿੱਖ ਜਿਹੜੇ ਨੇ ਕਿ ਐਸਜੀਪੀਸੀ ਦੀਆਂ ਇਲੈਕਸ਼ਨਾਂ ਤਾਂ 11-12 ਸਾਲ ਤੋਂ ਡਿਊ ਨੇ। ਹਰ 5ਵੇਂ ਸਾਲ ਹਿੰਦੁਸਤਾਨ 'ਚ ਇਲੈਕਸ਼ਨ ਹੁੰਦੀ ਹੈ, ਸਰਪੰਚ ਤੋਂ ਲੈ ਕੇ ਮੈਂਬਰ ਆਫ ਪਾਰਲੀਮੈਂਟ। ਅਜੇ ਤੱਕ ਕਿਉਂ ਇਲੈਕਸ਼ਨਸ ਇਹਨਾਂ ਨਹੀਂ ਕਰਵਾਈਆਂ? ਬਾਕੀ ਜਥੇਦਾਰ ਜੀ ਦੀ ਜੋ ਇਨਫੋਰਮੇਸ਼ਨ ਹੈ ਉਹ ਉਹਨਾਂ ਕੋਲ ਹੋਏਗੀ, ਮੈਨੂੰ ਇਹਦੇ ਬਾਰੇ ਕਹਿੰਦੇ ਲੋਕਾਂ ਦੇ ਮੁੱਦੇ ਵਿਧਾਨ ਸਭਾ 'ਚ ਵਿਚਾਰੋ, ਮੇਰੀ ਗ੍ਰਿਫਤਾਰੀ ਨਾਲ ਕੀ ਫਰਕ ਪੈਣਾ ਹੈ? ਨਹੀਂ ਚੋਣਾ ਇਹਦਾ ਮਤਲਬ ਇਹ ਕੋਈ ਮੁੱਦਾ ਹੀ ਨਹੀਂਗਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਤੇ ਉੱਠ ਕੇ ਜਾ ਕੇ ਪੁਲਿਸ ਸਟੇਸ਼ਨ ਤੇ ਕਬਜ਼ਾ ਕਰ ਲੈਣ, ਇਹਨੂੰ ਇਹ ਮੁੱਦਾ ਕੋਈ ਨਹੀਂ। ਪੰਜਾਬ ਦੇ ਵਿੱਚ ਇਦਾਂ ਹਰਲ ਕਰਦੇ ਤੁਰੇ ਫਿਰਨੇ ਕੋਈ ਮੁੱਦਾ ਨਹੀਂ। ਤੁਸੀਂ ਕਹਿ ਰਹੇ ਹੋ, ਹੁਣੇ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ, ਇਹ ਲਾਅ ਐਂਡ ਆਰਡਰ ਨਹੀਂ। ਕੀ ਗੱਲ ਵੀ ਜਿੱਦਾਂ ਚੋਲਾ ਸਾਹਿਬ ਜਾਂ ਹੋਲੇ ਮਹੱਲੇ ਤੇ ਇਦਾਂ ਹੋ ਰਿਹਾ ਜਾਂ ਮਣੀਕਰਨ ਉੱਥੇ ਜਾ ਕੇ ਹੋਇਆ, ਕੀ ਇਹ ਮੁੱਦਾ ਨਹੀਂ? ਅਨੰਦਪੁਰ ਜਿਹੜਾ ਕਤਲ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਕਿ ਉਹ ਤਾਂ ਬਾਹਰੋਂ ਆਇਆ ਸੀ, ਉਹ ਸਿਰਫ ਗੱਲ ਸੁਣ, ਜਿਹੜੀ ਤੁਸੀਂ ਜੇ ਕਿਤੇ ਆਪਾਂ ਕੱਢੀਏ ਕੱਲ ਸੁਖਪਾਲ ਖਹਿਰਾ ਤੇ ਅਸੀਂ ਸਾਰੇ ਬੈਠੇ ਸੀ ਤੇ ਜੇ ਕਿਤੇ ਸਾਡੇ ਕੋਲ ਪੁੱਛਣ ਦੀ ਬਜਾਏ ਤੇ ਤੁਸੀਂ ਜੇ ਕਿਤੇ ਬਾਹਰਲੀਆਂ ਐਮਬੈਸੀਆਂ 'ਚੋਂ ਜਾ ਕੇ ਪ੍ਰੋਬ ਕਰੋ ਤੇ ਜਿੰਨਾ ਪੰਜਾਬ ਦਾ ਯੂਥ ਜਾ ਰਿਹਾ ਇਹ ਬੜੀ ਖਤਰਨਾਕ ਔਰ ਪੰਜਾਬ ਦੀ ਬਦਕਿਸਮਤੀ ਆ। ਸਾਡੇ ਏਟੀਓ ਸਾਹਿਬ ਭਾਜਪਾ ਜਿਹੜਾ ਵਿਧਾਨ ਸਭਾ ਦਾ ਘਿਰਾਵ ਕਰ ਰਹੀ ਹੈ। ਦੇਖੋ ਚੌਥਾ ਦਿਨ ਅੱਜ ਬਜਟ ਸੈਸ਼ਨ ਦਾ ਹੈ। ਹਰ ਰੋਜ਼ ਆਪੋਜੀਸ਼ਨ ਕੋਈ ਨਾ ਕੋਈ ਬਹਾਨਾ ਬਣਾ ਕੇ ਤੇ ਵਾਕਆਊਟ ਕਰ ਰਹੇ ਨੇ, ਬਾਈਕਾਟ ਕਰ ਰਹੇ ਨੇ। ਇਹ ਕੋਈ ਚੰਗੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਕੋਈ ਚੰਗੀ ਜਿਹੜੀ ਆ ਆਦਤ ਨਹੀਂ ਆ, ਕਿਉਂਕਿ ਲੋਕਾਂ ਨੇ ਇਨ ਭੇਜਿਆ, ਇਨ ਕੀਤਾ, ਵਿਧਾਨ ਸਭਾ ਦੇ ਅੰਦਰ ਭੇਜਿਆ ਵੋਟਾਂ ਪਾ ਕੇ, ਇੰਨਾ ਪੈਸਾ ਖਰਚ ਕਰਕੇ। ਵਿਧਾਨ ਸਭਾ ਸਾਡੇ ਕੋਲ ਵਧੀਆ ਫੋਰਮ ਆ ਡਿਬੇਟ ਕਰਨ ਦਾ, ਗੱਲ ਕਰਨ ਦਾ। ਉਹਨਾਂ ਨੂੰ ਚਾਹੀਦਾ ਕਿ ਅੰਦਰ ਆ ਕੇ ਆਪਦੀ ਗੱਲ ਰੱਖਣ ਜਿਹੜੀ ਵੀ ਕਰਨੀ ਹੈ। ਰਾਜਾ ਵੜਿੰਗ ਕਹਿ ਰਹੇ ਆਲ ਪਾਰਟੀ ਮੀਟਿੰਗ ਜਿਹੜੀ ਹੈ ਉਹ ਕੇਂਦਰ ਸੂਬਾ ਸਰਕਾਰ ਜਿਹੜੀ ਉਸ ਤੇ ਦੇਖੋ ਅੰਦਰ ਕੀ ਆ, ਅੰਦਰ ਆਲ ਪਾਰਟੀਜ਼ ਹੀ ਨੇ। ਜਿਹੜੇ ਬੰਦੇ ਜਿੱਤੇ ਨੇ ਸਾਰੇ ਆਲ ਪਾਰਟੀਜ਼ ਨੇ।
ਬੀਐਸਪੀ ਦੇ ਮੈਂਬਰ ਬੈਠਦੇ ਨੇ, ਬੀਜੇਪੀ ਦੇ ਬੈਠਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੈਠਦੇ ਨੇ, ਕਾਂਗਰਸ ਦੇ ਬੈਠਦੇ ਨੇ, ਆਜ਼ਾਦ ਉਮੀਦਵਾਰ ਵੀ ਨੇ। ਇਹ ਕੀ ਆ? ਇਸ ਤੋਂ ਇਲਾਵਾ ਹੋਰ ਕਿਹੜੀਆਂ ਲੇਕਿਨ ਉਹਨਾਂ ਨੇ ਬਾਈਕਾਟ ਕੀਤਾ, ਕਹਿੰਦੇ ਸੀਐਮ ਜਦੋਂ ਤੱਕ ਮਾਫੀ ਨਹੀਂ ਮੰਗਦੇ, ਸੀਐਮ ਸੈਸ਼ਨ ਚ ਆਣਗੇ ਅਸੀਂ ਨਹੀਂ ਆਵਾਂਗੇ। ਕਾਦੀ ਮਾਫੀ ਜੀ, ਕਾਦੀ ਮਾਫੀ? ਜੇ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਇਹ ਸਟੇਟਮੈਂਟ ਦਿੰਦੇ ਨੇ ਕਿ ਜਿੰਨੇ ਵੀ ਗਲਤ ਕੰਮ ਕੀਤਾ ਹੈ ਜਾਂ ਗਲਤ ਕੰਮ ਕਰੇਗਾ ਕਾਨੂੰਨ ਆਪਣੀ ਬਣਦੀ ਕਾਰਵਾਈ ਕਰੇਗਾ, ਇਹਦੇ ਚ ਮਾਫੀ ਵਾਲੀ ਕਿਹੜੀ ਗੱਲ ਆ? ਗੁਨਾਹ ਕੀ ਕੀਤਾ ਇਹ ਗੱਲ ਕਹਿ ਕੇ? ਮਾਫੀ ਤਾਂ ਗੁਨਾਹ ਦੀ ਹੁੰਦੀ ਹੈ ਨਾ। ਜੇ ਕੋਈ ਗੁਨਾਹ ਹੀ ਨਹੀਂ ਹੋਇਆ ਤੇ ਫਿਰ ਮਾਫੀ ਕਾਦੀ? ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਹੈ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਹੋਲਾ ਮੁਹੱਲਾ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਕਤਲ ਨੌਜਵਾਨ ਦਾ ਹੋ ਜਾਂਦਾ। ਦੇਖੋ ਬੜੀ ਮੰਦਭਾਗੀ ਘਟਨਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਕਤਲ ਹੋਣਾ। ਅਸੀਂ ਨਿਖੇਧੀ ਕਰਦੇ ਹਾਂ ਉਹਦੀ, ਪਰ ਜਿੱਥੋਂ ਤੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ, ਕੰਡੀਸ਼ਨ ਆ, ਉਹਨੂੰ ਪੰਜਾਬ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਖਤ ਕਾਰਵਾਈ ਜਿਹੜੀ ਆ ਉਹ ਕਰ ਰਹੇ ਹਾਂ, ਕਰਾਂਗੇ ਵੀ। ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖਾਂਗੇ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਭਾਜਪਾ ਵੱਲੋਂ ਵਿਧਾਨ ਸਭਾ ਦਾ ਘਿਰਾਵ ਕੀਤਾ ਜਾ ਰਿਹਾ ਹੈ। ਦੇਖੋ ਉਹਨਾਂ ਨੂੰ ਇਸ ਵੇਲੇ ਅਸੈਂਬਲੀ ਇਨ ਸੈਸ਼ਨ ਹੈ ਤੇ ਬਾਹਰ ਘਿਰਾਓ ਕਰਨ ਦੀ ਲੋੜ ਹੈ। ਅੰਦਰ ਆ ਕੇ ਅੰਦਰ ਤਾਂ ਆਉਂਦੇ ਨਹੀਂ ਜੀ ਉਹ। ਉਹਨਾਂ ਨੂੰ ਇਸ ਵੇਲੇ ਸੈਸ਼ਨ ਹੈਗਾ, ਜਿਹੜਾ ਇਹ ਸੈਸ਼ਨ ਹੈ ਇਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਜਿਹੜੀ ਗੱਲ ਕਹਿਣੀ ਅੰਦਰ ਆ ਕੇ ਕਹਿਣ, ਉਹ ਬਾਹਰ ਵਾਲਾ ਪਾਣ ਤਾਂ ਬਾਅਦ ਵਿੱਚ ਪਾਈ ਜਾਣ ਸੈਸ਼ਨ ਤੋਂ ਬਾਅਦ। ਰਾਜਾ ਵੜਿੰਗ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਕਰ ਰਿਹਾ। ਦੇਖੋ ਮੇਰੀ ਗੱਲ ਸੁਣੋ, ਆਲ ਪਾਰਟੀ ਮੀਟਿੰਗ ਜਿਹੜਾ ਸਾਡਾ ਕੰਮ ਹੈ, ਜਿਹੜਾ ਲਾਅ ਐਂਡ ਆਰਡਰ ਹੈ, ਉਹਨੂੰ ਸਰਕਾਰ ਬੜਾ ਫਰਮ ਹੈਂਡ ਨਾਲ ਉਹਨੂੰ ਡੀਲ ਕਰੇਗੀ। ਔਰ ਦੇਖੋ ਇਹ ਜਿਹੜੀ ਹੁੱਲੜਬਾਜ਼ੀ ਹੋ ਰਹੀ ਹੈ ਬਹੁਤ ਜਗ੍ਹਾ ਤੇ, ਜਿੱਥੇ ਵੀ ਹੋਈ ਹੈ ਹੁੱਲੜਬਾਜ਼ੀ ਹੋਈ ਹੈ। ਇਹਦੇ 'ਚ ਕੋਈ ਜਿਹੜਾ ਹੈਗਾ, ਇਹਦੇ 'ਚ ਜਿਹੜਾ ਕਾਨੂੰਨ ਹੈ ਆਪਣਾ ਕੰਮ ਕਰੇਗਾ। ਇਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਇਹ ਮੁੱਦਾ ਰਾਜਨੀਤੀਕਰਨ ਦਾ ਨਹੀਂ ਹੈ ਜੀ। ਇਹ ਮੁੱਦਾ ਜਿਹੜਾ ਹੈਗਾ ਇਹ ਲਾਅ ਐਂਡ ਆਰਡਰ ਦਾ, ਪੁਲਿਸ ਆਪਣਾ ਕੰਮ ਕਰੇ। ਹੋਲਾ ਮੁਹੱਲਾ 'ਚ ਜਿਹੜਾ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਉਸ ਨੂੰ ਲੈ ਕੇ ਸੀਟ ਤੇ ਸਵਾਲ ਚੁੱਕੇ ਜਾ ਰਹੇ ਹਨ। ਹੋਲਾ ਮੁਹੱਲਾ 'ਚ ਵੀ ਹੋਇਆ ਜੀ, ਸੱਲੇ 'ਚ ਵੀ ਹੋਇਆ ਔਰ ਇੱਕ ਚੋਲਾ ਸਾਹਿਬ 'ਚ ਵੀ ਹੋਇਆ। ਤਿੰਨੇ ਹੀ ਹੁੱਲੜਬਾਜ਼ੀ ਦੇ ਕੇਸ ਹੈ ਔਰ ਸਾਰੇ ਲੋਕਾਂ ਨੂੰ ਉਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜੀ। ਤੁਹਾਡੇ ਤੇ ਨਿਸ਼ਾਨਾ ਸਾਧ ਰਹੇ, ਕਹਿੰਦੇ ਤੁਸੀਂ ਕਹਿੰਦੇ ਟਵਿੱਟਰ ਚਲਾਉਣਾ ਨਹੀਂ ਆਉਂਦਾ, ਤੁਸੀਂ ਟਵਿੱਟਰ ਵੀ ਚਲਾਉਂਦੇ ਹੋ। ਸਰ ਮੈਂ ਤੇ ਇਹ ਕਿਹਾ ਸੀ, ਉਹਨਾਂ ਗੱਲ ਨਹੀਂ ਸਮਝੀ। ਮੈਂ ਤਾਂ ਕਿਹਾ ਮੈਂ ਲੋਕਾਂ ਲਈ ਨਹੀਂ ਚਲਾਉਂਦਾ, ਮੈਂ ਤਾਂ ਆਪਣੇ ਲਈ ਚਲਾਉਂਦਾ। ਉਹ ਗੱਲ ਨਹੀਂ ਸਮਝ ਸਕੇ, ਉਹ ਐਡੀ ਕੋ ਗੱਲ। ਕਿਹੜਾ ਇਸ਼ੂ ਯਾਰ? ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ। ਬੀਜੇਪੀ ਜਿਹੜਾ ਵਾ ਉਹ ਅੱਜ ਵਿਧਾਨ ਸਭਾ ਦਾ ਘਿਰਾਵ ਕਰ ਰਹੀ ਹੈ। ਕੋਈ ਗੱਲ ਨਹੀਂ, ਕਰ ਲੈਣ ਦੋ ਕੋਈ ਗੱਲ। ਹਾਂ ਦੇਖੋ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ। ਸਰਕਾਰ ਆਪਣਾ ਕੰਮ ਸਹੀ ਕਰ ਰਹੀ ਹੈ, ਵਧੀਆ ਕਰ ਰਹੀ ਹੈ। ਜਿਹੜਾ ਪ੍ਰੋਟੈਸਟ ਕਰਨਾ, ਕੋਈ ਧਰਨਾ ਮਜਾਦਾ, ਕੋਈ ਗੱਲ ਨਹੀਂ, ਹਰ ਇੱਕ ਦੀ ਡੈਮੋਕ੍ਰੇਸੀ। ਦੂਸਰਾ ਵੀ ਅਕਾਲ ਤਖਤ ਦੇ ਜਥੇਦਾਰ ਦੀ ਸਟੇਟਮੈਂਟ ਸੁਣੀ ਹੋਣੀ ਹੈ। ਉਹ ਕਹਿ ਰਹੇ ਕਿ ਸਿੱਖਾਂ ਦਾ ਪਾਰਲੀਮੈਂਟ ਜਿਹੜਾ ਵਾ ਐਸਜੀਪੀਸੀ, ਉਸ ਨੂੰ ਕੇਂਦਰ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨਹੀਂ ਦੇਖੋ ਧਾਰਮਿਕ ਇਸ਼ੂ ਆ। ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਨੇ, ਸਾਡੇ ਹੈੱਡ ਨੇ ਸਿੱਖਾਂ ਦੇ, ਪਰ ਮੈਂ ਉਹਨਾਂ ਦਾ ਪੂਰਾ ਬਿਆਨ ਪੜ੍ਹਿਆ ਨਹੀਂਗਾ। ਪਰ ਜੇ ਸੈਂਟਰ ਗਵਰਨਮੈਂਟ ਦੀ ਦਖਲਅੰਦਾਜ਼ੀ ਕਰ ਰਹੀ ਉਹ ਤਾਂ ਗਲਤੀ ਹੈ। ਇੱਕ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਲਗਾਤਾਰ। ਮੈਂ ਛੱਡੋ ਜੀ, ਮੈਨੂੰ ਸੈਸ਼ਨ ਤੇ ਜਾ ਲੈਣ ਦਿਓ ਤੁਸੀਂ, ਕੋਈ ਗੱਲ ਨਹੀਂ। ਹਾਂ STP ਜਿਹੜਾ ਲੱਗਣਾ ਹੈ, ਸੀਵਰੇਜ ਟ੍ਰੀਟਮੈਂਟ ਪਲਾਂਟ, ਉਹ ਅਸੀਂ ਲਗਾ ਲਾਂਗੇ ਉਸ 'ਚ। ਸੋ ਜਲਦੀ ਅਸੀਂ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਜੀ। ਗੋਲਡੀ ਸਰ ਮੇਰੀ ਇਹ ਬੇਨਤੀ, ਪਲੀਜ਼ ਟਾਈਮ ਬਾਉਂਡ ਕਰ ਦਿੱਤਾ ਜਾਵੇ ਪਲੀਜ਼। ਟਾਈਮ ਬਾਉਂਡ ਕਰੋਗੇ ਮੰਤਰੀ ਜੀ? ਸਰ ਟਾਈਮ ਬਾਉਂਡ ਕਰਨਾ ਔਖਾ, ਕਿਉਂਕਿ ਸਵੱਛ ਭਾਰਤ 2 ਚ ਸਾਨੂੰ ਸੈਕੰਡ ਟ੍ਰਾਂਚ ਅਸੀਂ ਅਪਲਾਈ ਕੀਤਾ ਇਹਦੇ 'ਚ, ਤੇ ਐਸ ਸੂਨ ਐਸ ਸਾਨੂੰ ਉਹਦੇ ਪਤਾ ਲੱਗਦਾ ਅਸੀਂ ਫਿਰ ਪੂਰਾ ਜਦੋਂ ਅਸੀਂ ਫੰਡ ਜ਼ਿਕਰੀ ਮੁਹੱਈਆ ਹੋ ਜਾਣਗੇ ਫਿਰ ਅਸੀਂ ਇਹਨਾਂ ਜਲਦੀ। ਥੈਂਕ ਯੂ। ਸ਼੍ਰੀ ਬਰਿੰਦਰ ਕੁਮਾਰ ਗੋਇਲ। ਸਰ ਪ੍ਰਸ਼ਨ ਨੰਬਰ 628। ਸਰਦਾਰ ਹਰਜੋਤ ਸਿੰਘ ਬੈਂਸ, ਤਕਨੀਕੀ ਸਿੱਖਿਆ ਮੰਤਰੀ। ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪੁੱਛੇ ਪ੍ਰਸ਼ਨ ਦਾ ਉੱਤਰ ਹੈ ਜੀ। ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾ ਗਾਗਾ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਬੰਦ ਨਹੀਂ ਹੋਇਆ, ਬਲਕਿ ਇਹ ਕੇਵਲ ਵਿੱਤੀ ਅਤੇ ਪ੍ਰਸ਼ਾਸਨਿਕ ਕਾਰਨ ਕਰਕੇ ਬੰਦ ਹੋਇਆ ਹੈ। ਇਸ ਦੇ ਸਰ ਸਟਾਫ ਦੀ ਜਿਹੜੇ ਮੁੜ ਵਸੇਵੇ ਦੀ ਜਿਹੜੀ ਕਾਰਵਾਈ ਅਧੀਨ ਹੈ, ਪਲੱਸ ਸਰ ਸਿੰਸ ਕਿਉਂਕਿ ਉੱਥੇ ਕਾਲਜ ਦਾ ਇਨਫਰਾਸਟ੍ਰਕਚਰ ਹੈ, ਬਿਲਡਿੰਗ ਦਾ ਇਨਫਰਾਸਟ੍ਰਕਚਰ ਹੈ, ਉਹਨੂੰ ਅਸੀਂ ਕਿਸੇ ਹੋਰ ਕਾਲਜ ਦੇ ਵਿੱਚ, ਕਿਉਂਕਿ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਕਾਲਜਸ ਦਾ ਜੋ ਪਿਛਲੇ ਕਈ ਸਾਲਾਂ ਦਾ ਦੇਖਿਆ ਉਹਨਾਂ ਦੇ ਵਿੱਚ ਸਰ ਦਾਖਲੇ ਬਹੁਤ ਘੱਟ ਹੈ। ਤਾਂ ਇਸ ਬਿਲਡਿੰਗ ਨੂੰ ਜਾਂ ਤਾਂ ਕਿਸੇ ਵਧੀਆ ਸਕੂਲ ਜਾਂ ਫਿਰ ਕਿਸੇ ਹੋਰ ਅਕੈਡਮਿਕ ਸੰਸਥਾ ਦੇ ਰੂਪ 'ਚ ਅਸੀਂ ਡਿਵੈਲਪ ਕਰਾਂਗੇ। ਥੈਂਕ ਯੂ। ਗੋਇਲ ਸਾਹਿਬ। ਸਰ ਇਹ ਕਾਲਜ ਸੀ ਜਿਹੜਾ ਇਹ ਬੰਦ ਵਿੱਤੀ, ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਵਿੱਤੀ ਕਾਰਨਾਂ ਕਰਕੇ ਹੋਇਆ। ਜੁਲਾਈ 2019 ਤੋਂ ਪ੍ਰਸ਼ਨ ਕਾਲ ਇਸ ਵੇਲੇ ਜਾਰੀ ਹੈ। ਵਿਧਾਨ ਸਭਾ ਦੀ ਕਾਰਵਾਈ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਵਿਧਾਨ ਸਭਾ ਦੇ ਸੈਸ਼ਨ ਦਾ ਚੌਥਾ ਦਿਨ ਹੈ। ਇਸ ਵੇਲੇ ਪ੍ਰਸ਼ਨ ਕਾਲ ਚੱਲ ਰਿਹਾ ਹੈ। ਜੋ ਵਿਧਾਇਕਾਂ ਦੇ ਵੱਲੋਂ ਸਵਾਲ ਰੱਖੇ ਗਏ ਨੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਇਸ ਵੇਲੇ ਜਵਾਬ ਦਿੱਤੇ ਜਾ ਰਹੇ ਨੇ। ਦੂਸਰੇ ਪਾਸੇ ਅੱਜ ਬੀਜੇਪੀ ਨੇ ਘਿਰਾਓ ਕਰਨ ਦੀ ਰਣਨੀਤੀ ਬਣਾਈ ਹੈ। ਵਿਧਾਨ ਸਭਾ ਦਾ ਘਿਰਾਓ ਬੀਜੇਪੀ ਵਰਕਰਾਂ ਦੇ ਵੱਲੋਂ ਕੀਤਾ ਜਾਏਗਾ। ਸੈਕਟਰ 37 ਚੰਡੀਗੜ੍ਹ ਦੇ ਵਿੱਚ ਪੰਜਾਬ ਬੀਜੇਪੀ ਦਾ ਦਫ਼ਤਰ ਹੈ, ਉੱਥੋਂ
ਬੀਜੇਪੀ ਦੇ ਜਿਹੜੇ ਵਰਕਰ ਨੇ ਉਹ ਰਵਾਨਾ ਹੋਣਗੇ ਵਿਧਾਨ ਸਭਾ ਦੇ ਲਈ ਕੂਚ ਕਰਨਗੇ ਤੇ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਏਗਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ। ਕਾਂਗਰਸ ਅਕਾਲੀ ਦਲ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰ ਰਿਹਾ ਹੈ। ਕਾਂਗਰਸ ਦੇ ਆਗੂ ਉਹਨਾਂ ਦੇ ਬਿਆਨ ਵੀ ਅਸੀਂ ਇਸ ਤੋਂ ਪਹਿਲਾਂ ਸੁਣਵਾਏ ਨੇ, ਜੋ ਕਹਿ ਰਹੇ ਨੇ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ, ਕਾਨੂੰਨ ਵਿਵਸਥਾ ਠੱਪ ਹੋ ਗਈ ਹੈ। ਸਰਕਾਰ ਕਹਿ ਰਹੀ ਹੈ ਕਿ ਵਿਰੋਧੀ ਸਿਰਫ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। उधर अकाल तख्त साहिब के जथेदार ने अकाली दल नूं सलाह दी है कि अकाली दल मजदूरां किसानां दी पार्टी है। जदों तक मजदूरां किसानां दी पार्टी है मुड़ तो नहीं बनती उदों तक अकाली दल जित हासिल नहीं करेगा। ते इस सलाह ते सियासी घमसान छिड़दा नजर आ रहा है। जथेदार दे बयान नूं लैके बीजेपी ने निशाना साधिया है ते कहा है कि तुसीं सिर्फ अकाली दल नहीं पूरी कौम दे जथेदार हो। सिख सिर्फ अकाली नहीं ने, बादल परिवार तो इलावा होर कौन-कौन सरमाएदार है। कल जथेदार ने अकाली दल नूं सलाह दित्ती सी। जथेदार ने कहा सी कि अकाली दल मजदूरां ते किसानां दी पार्टी सी, ना कि सरमाएदारां दी। जद तक ये किसानां मजदूरां दी मुड़ तो पार्टी नहीं बन जाती उदों तक जित प्राप्त नहीं होएगी। ये बयान सी अकाल तख्त साहिब दे जथेदार दा, जिस तो बाद सियासी घमसान इस नूं लैके छिड़दा नजर आ रहा है। बीजेपी ने कहा है कि तुसीं सिर्फ अकाली दल नहीं पूरी कौम दे जथेदार हो। सिख सिर्फ अकाली नहीं ने, बादल परिवार तो इलावा होर कौन-कौन सरमाएदार है, सवाल किया है बीजेपी ने। बीजेपी के आगू आरपी सिंह ने इस सब नूं लैके ट्वीट किया है ते लिखा है कि माणयोग जथेदार श्री अकाल तख्त जी, तुसी इकल्ले अकाली दल दे जथेदार नहीं हो, पूरी कौम दे जथेदार हो ते सारे सिख अकाली नहीं ने। 117 चों कुल 3 सीटां दी पार्टी है अकाली दल। जथेदार जी ये भी स्पष्ट करो कि बादल परिवार तो इलावा कौन कौन सरमाएदार है ते ये सरमाया किवें कमाया है। आरपी सिंह बीजेपी के आगू ने उन्होंने सवाल खड़े किए ने अकाल तख्त साहिब के जथेदार का जो बयान अकाली दल नूं लैके आया है। उन्होंने कहा है कि तुसी सिर्फ अकाली दल के जथेदार नहीं हो, तुसी पूरी कौम के जथेदार हो। सिख सिर्फ अकाली नहीं ने। उन्होंने कहा है कि यह भी दसो, यह भी स्पष्ट करो कि बादल परिवार तो इलावा कौन कौन सरमाएदार है ते ये सरमाया कित्थों कमाया है। होले महल्ले के समागम के दौरान अकाल तख्त के जथेदार ज्ञानी हरप्रीत सिंह ने अपने संबोधन के दौरान कई सारे बयान दिते, जिन्हां दे विचों एक बयान अकाली दल नूं लैके सी ते उन्होंने कहा कि अकाली दल किसानां मजदूरां दी पार्टी सी, ना कि सरमाएदारां दी। जद तक ये मुड़ तो किसानां मजदूरां दी पार्टी नहीं बनती, किसानां मजदूरां दी पार्टी नहीं बनती ते किसान मजदूर संघर्ष नहीं करते, उदों तक जित प्राप्त नहीं होएगी। एक बार बयान सुनते हैं अकाल तख्त साहिब के जथेदार ने कल की कुछ कहा सी। संघर्ष करना पएगा। मैं एक गल कह दियां कि श्रोमणी अकाली दल मजदूरां ते किसानां दी पार्टी सी और श्रोमणी अकाली दल नूं मजदूरां ते किसानां दी पार्टी बनाउणा पएगा। ये सरमाएदारां दी पार्टी नहीं सी, ये किसानां ते मजदूरां दी पार्टी सी। और जिन्ना चਿਰ श्रोमणी अकाली दल किसानां मजदूरां दी पार्टी नहीं बनता उन्ना चਿਰ संघर्ष नहीं करेगा, और जिन्ना चਿਰ संघर्ष नहीं करेगा उन्ना चਿਰ जित प्राप्त नहीं होएगी। साथ संगत जी ये भी सानू सोच लेना चाहिए। अकाली दल नूं संघर्ष करना पएगा। मैं एक गल कह दियां कि श्रोमणी अकाली दल मजदूरां ते किसानां दी पार्टी सी और श्रोमणी अकाली दल नूं मजदूरां ते किसानां दी पार्टी बनाउणा पएगा। ये सरमाएदारां दी पार्टी नहीं सी, ये किसानां ते मजदूरां दी पार्टी सी। और जिन्ना चਿਰ श्रोमणी अकाली दल किसानां मजदूरां दी पार्टी नहीं बनता उन्ना चਿਰ संघर्ष नहीं करेगा, और जिन्ना चਿਰ संघर्ष नहीं करेगा उन्ना चਿਰ जित प्राप्त नहीं होएगी। साथ संगत जी ये भी सानू सोच लेना चाहिए। यहो पॉलिसी वरती सी, उन्होंने भी अपने ताई बयान है अकाल तख्त साहिब के जथेदार का। कल होले महल्ले के दौरान उन्होंने संबोधन किया ते उस दौरान अकाली दल नूं लैके भी उन्होंने बयान दिता ते कहा कि अकाली दल श्रोमणी अकाली दल किसानां मजदूरां दी पार्टी सी, सरमाएदारां दी पार्टी नहीं सी। ते जद तक मुड़ तो किसानां मजदूरां दी पार्टी नहीं बनती, किसानां मजदूरां दा संघर्ष नहीं हुंदा, उदों तक जित प्राप्त नहीं होएगी। विरसा सिंह बलटोहा साडे नाल फोन लाइन ते जुड़ चुके ने। बलटोहा जी स्वागत है न्यूज़ 18 पंजाब ते। अकाल तख्त साहिब के जथेदार का बयान तुसीं भी सुनिया है कि अकाली दल सरमाएदारां दी पार्टी नहीं सी, किसानां मजदूरां दी पार्टी सी। जद तक ये मुड़ तो किसानां मजदूरां दी पार्टी नहीं बनती उदों तक जित नहीं प्राप्त होएगी, उन्हां दे संघर्ष ते वापस नहीं जांदी।
एक तो यह है। दूसरा आरपी सिंह बीजेपी के आगू उन्होंने ट्वीट किया है तो पूछा है, उन्होंने सवाल भी किया है ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿਰਫ ਅਕਾਲੀ ਦਲ ਦੇ ਜਥੇਦਾਰ ਨਹੀਂ ਨੇ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹ ਪੂਰੀ ਸਿੱਖ ਕੌਮ ਦੇ ਜਥੇਦਾਰ ਨੇ ਤੇ ਪੂਰੀ ਸਿੱਖ ਕੌਮ ਅਕਾਲੀ ਦਲ ਦੇ ਨਾਲ ਸੰਬੰਧ ਨਹੀਂ ਰੱਖਦੀ। ਨਾਲ ਹੀ ਉਹ ਇਹ ਵੀ ਕਹਿ ਰਹੇ ਨੇ ਕਿ ਬਾਦਲ ਪਰਿਵਾਰ ਤੋਂ ਇਲਾਵਾ ਕੌਣ-ਕੌਣ ਸਰਮਾਏਦਾਰ ਹੈ ਅਕਾਲੀ ਦਲ ਦੇ ਵਿੱਚ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਜਿੱਥੇ ਤੱਕ ਜਥੇਦਾਰ ਸਾਹਿਬ ਹੋਰਾਂ ਦੇ ਬਿਆਨ ਦੀ ਗੱਲ ਹੈ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਤ ਦੀ ਗੱਲ ਹੈ। ਸਭ ਤੋਂ ਪਹਿਲਾਂ ਉਹ ਪੰਥਕ ਹਿੱਤਾਂ ਦੀ ਰਾਖੀ ਵਾਸਤੇ ਸਿਰਜਿਆ ਗਿਆ ਸੀ ਔਰ ਪੰਜਾਬ ਦੇ ਹੱਕਾਂ ਤੇ ਹਕੂਕਾਂ ਲਈ ਉਹਦੀ ਹਿਫਾਜ਼ਤ ਵਾਸਤੇ ਸਿਰਜਿਆ ਗਿਆ ਸੀਗਾ ਔਰ ਉਹਦੇ ਵਾਸਤੇ ਜੋ ਅਕਾਲੀ ਦਲ ਨੇ ਰੋਲ ਨਿਭਾਇਆ ਆ ਉਹ ਇਤਿਹਾਸਕ ਹੈ, ਕਿਸੇ ਨੂੰ ਉਹਲਾ ਨਹੀਂ ਜੀ। ਔਰ ਦੂਸਰੀ ਗੱਲ ਜਿਹੜੀ ਹੈ ਕਿ ਜੇ ਸਮੇਂ-ਸਮੇਂ ਤੇ ਸਰਕਾਰਾਂ ਬਣੀਆਂ ਨੇ ਤੇ ਸਭ ਤੋਂ ਪਹਿਲੀ ਗੱਲ ਹੈ ਕਿ ਜੋ ਕਿਸਾਨਾਂ ਵਾਸਤੇ ਅੱਜ ਤੱਕ ਪੰਜਾਬ 'ਚ ਹੋਇਆ ਆ ਜਾਂ ਮਜ਼ਦੂਰਾਂ ਵਾਸਤੇ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ। ਜੇ MSP ਮਿਲਦੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਾਂਝੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰਵਾਈ। ਜੇ ਪੰਜਾਬ ਦਾ ਮੰਡੀਕਰਨ ਸਿਸਟਮ ਹੈ ਦੁਨੀਆ ਦੇ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ ਚੋਂ ਨੰਬਰ 1 ਤੇ, ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। 95% ਮੰਡੀਆਂ ਜਿਹੜੀਆਂ ਨੇ ਪੰਜਾਬ ਦੀਆਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਨੇ। ਜੇ ਬੰਬੀਆਂ ਦੇ ਬਿੱਲ ਮਾਫ ਕੀਤੇ, ਮਾਮਲਾ ਮਾਫ ਕੀਤਾ ਔਰ ਜੇ 16 ਲੱਖ ਦੇ ਲਗਭਗ ਮੇਰਾ ਹੈ ਟਿਊਬਲ ਕਨੈਕਸ਼ਨ ਹੈ ਤੇ ਉਹਦੇ ਚੋਂ 90% ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਇਸ ਤੋਂ ਇਲਾਵਾ ਹੋਰ ਬਹੁਤ ਕੁਝ ਮੈਂ ਗਿਣਾਉਂਗਾ ਤਾਂ ਬੜੀ ਲੰਬੀ ਲਿਸਟ ਹੋ ਜਾਊਗੀ। ਔਰ ਮਜ਼ਦੂਰ ਭਾਈਚਾਰੇ ਵਾਸਤੇ ਜਿੰਨੀਆਂ ਭਲਾਈ ਸਕੀਮਾਂ ਨੇ ਉਹ ਸਭ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ। ਚਾਹੇ ਜਥੇਦਾਰ ਜੋ ਲਫ਼ਜ਼ਾਂ ਦਾ ਇਸਤੇਮਾਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਮੁੜ ਅਕਾਲੀ ਦਲ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਬਣਨਾ ਪਏਗਾ। ਜਦੋਂ ਮੁੜ ਕਹਿ ਰਹੇ ਨੇ, ਮੁੜ ਲਫ਼ਜ਼ ਦਾ ਇਸਤੇਮਾਲ ਕਰ ਰਹੇ ਨੇ, ਇਹਦਾ ਮਤਲਬ ਹੈ ਕਿ ਇਸ ਵੇਲੇ ਉਹ ਨਹੀਂ ਹੈ, ਉਹ ਸਰਮਾਏਦਾਰਾਂ ਦੀ ਪਾਰਟੀ ਇਸ ਨੂੰ ਕਹਿ ਰਹੇ ਨੇ। ਦੇਖੋ, ਮੈਂ ਬੇਨਤੀ ਕਰਾਂ ਜੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਭੁੱਖਿਆਂ ਨੰਗਿਆਂ ਦੀ ਪਾਰਟੀ ਨਹੀਂ। ਠੀਕ ਹੈ, ਠੀਕ ਹੈ। ਕੋਈ ਦਰਾਵਾਂ ਨਹੀਂ ਕਿ ਕਿਸਾਨ, ਮਜ਼ਦੂਰ, ਸਿੱਖ ਭਾਈਚਾਰਾ ਇਹਦਾ ਟ੍ਰੈਡੀਸ਼ਨਲ ਵੋਟ ਰਿਹਾ ਹੈ, ਪਰ ਵੋਟ ਬੈਂਕ ਰਿਹਾ ਹੈ। ਪਰ ਜਦੋਂ ਤੁਸੀਂ ਅਕਾਲੀ ਦਲ ਹੋਣ ਚਾਹੁੰਦਾ ਹੈ ਨਾ ਤੇ ਸਰਦਾਰ ਸਰਮੁਖ ਸਿੰਘ ਝਵਾਲ ਜਿਹੜੇ ਸਭ ਤੋਂ ਪਹਿਲੇ ਪ੍ਰਧਾਨ ਬਣਦੇ ਤੇ ਪੰਜਾਬ ਦੇ ਵੱਡੇ ਸਰਦਾਰਾਂ ਚੋਂ ਸੀਗੇ ਔਰ ਸਮੇਂ-ਸਮੇਂ ਤੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣਦੇ ਰਹੇ ਜਾਂ ਜਿਹੜੇ ਆਗੂ ਸਾਹਿਬਾਨ ਇਹਦੀ ਸੇਵਾ ਕਰਦੇ ਰਹੇ ਆ, ਹਾਂਜੀ, ਉਹ ਸਾਰੇ ਜਿਹੜੇ ਵੱਡੇ ਸਰਦਾਰਾਂ ਚ ਜਿੱਥੇ ਆਮ ਸਧਾਰਨ ਸਿੱਖ ਵੀ ਸੀਗੇ, ਹਾਂਜੀ, ਉਹਦੇ ਵਿੱਚ ਜਿਹੜੇ ਵੱਡੇ ਸਰਦਾਰ ਵੀ ਸੀਗੇ ਉਹਨਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਤੇ ਉਹਨਾਂ ਨੇ ਵੀ ਆਪਣੀ ਇੱਕ ਜਿਹੜਾ ਹੁਣ ਸਭ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ, ਸਭ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਉਹਨਾਂ ਨੂੰ ਥਾਲੀ 'ਚ ਪਾ ਕੇ ਕਿਸੇ ਨੇ ਮੁੱਖ ਮੰਤਰੀਸ਼ਿਪ ਨਹੀਂ ਦਿੱਤੀ। ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ, ਹਾਂਜੀ, 15-16 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ ਤੇ ਜੇਲ੍ਹਾਂ ਵੀ ਕਿਹੋ ਜਿਹੀਆਂ ਕੱਟੀਆਂ, ਕਦੀ NSA ਲੱਗ ਗਈ, ਕਦੀ ਐਮਰਜੈਂਸੀ ਦੇ ਵਿੱਚ 19 ਮਹੀਨੇ ਕੱਟਣੇ ਪੈ ਗਏ, ਕਦੇ ਪੰਜਾਬ ਤੋਂ ਬਾਹਰ ਤਾਮਿਲਨਾਡੂ ਵਰਗੀਆਂ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਕੱਟਣੀਆਂ ਪੈ ਗਈਆਂ ਔਰ ਲਗਭਗ 15 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ ਤੇ ਸੰਘਰਸ਼ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਤੋਂ ਪਹਿਲਾਂ ਦੇ ਪ੍ਰਧਾਨਾਂ ਦੇ ਹਰ ਹੁਕਮ ਦੀ ਪਾਲਣਾ ਕੀਤੀ ਹੈ। ਫਿਰ ਉਹਨਾਂ ਨੂੰ ਇਹ ਮਿਲਿਆ ਆ ਔਰ ਇਹ ਜਿਹੜੀ ਗੱਲ ਕਹਿ ਦੇਣੀ ਜਥੇਦਾਰ ਸਾਹਿਬ ਹੋਰਾਂ ਨੇ ਕਿਉਂ ਕਿਹਾ, ਕਿਵੇਂ ਕਿਹਾ, ਕੀ ਉਹਨਾਂ ਦੀ ਮਨਸ਼ਾ ਆ, ਇਹਦੇ ਬਾਰੇ ਤੇ ਲੈਬੋਰੇਟਰੀ ਤੇ ਉਹੀ ਕਰ ਸਕਦੇ ਆ, ਵਿਆਖਿਆ ਉਹੀ ਕਰ ਸਕਦੇ ਆ। ਪਰ ਜੇ ਇਹ ਗੱਲ ਕਹਿ ਦੇਣੀ ਕਿ ਇਹ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ, ਇਹ ਨਹੀਂਗਾ ਕਿ ਇਹਦੇ ਚ ਸਰਮਾਏਦਾਰ ਨਹੀਂ ਸੀਗੇ, ਇਹ ਚ ਸਰਦਾਰ ਨਹੀਂ ਸੀਗੇ, ਇਹਦੇ ਚ ਪੈਸੇ ਵਾਲੇ ਨਹੀਂ ਸੀਗੇ। ਜੀ ਚਲੋ ਇਸ ਗੱਲ ਤੇ ਅਸੀਂ ਵਾਪਸ ਆਵਾਂਗੇ। ਆਰਪੀ ਸਿੰਘ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ, ਬੀਜੇਪੀ ਦੇ ਆਗੂ। ਉਹਨਾਂ ਨੇ ਟਵੀਟ ਕੀਤਾ ਹੈ, ਉਹਨਾਂ ਨੇ ਪੁੱਛਿਆ ਹੈ ਕਿ ਬਾਦਲ ਪਰਿਵਾਰ ਨੂੰ ਛੱਡ ਕੇ ਸਰਮਾਏਦਾਰ ਕੌਣ-ਕੌਣ ਹੈ। ਜੋ ਤੁਸੀਂ ਗੱਲ ਕਰ ਰਹੇ ਹੋ ਕਿ ਸਰਮਾਏਦਾਰ ਪਹਿਲਾਂ ਵੀ ਰਹੇ ਨੇ ਜਾਂ ਸਰਮਾਏਦਾਰ ਇਸ ਪਾਰਟੀ ਦਾ ਹਿੱਸਾ ਰਹੇ ਨੇ, ਲੀਡ ਵੀ ਕਰਦੇ ਰਹੇ ਨੇ, ਉਹ ਪੁੱਛ ਰਹੇ ਨੇ ਕਿ ਸਰਮਾਇਆ ਕਿੱਥੋਂ ਆਇਆ, ਸਰਮਾਏਦਾਰ ਹੋਰ ਕੌਣ-ਕੌਣ ਨੇ। ਆਰਪੀ ਸਿੰਘ ਜੀ, ਕੀ ਕੁਝ ਕਹਿਣਾ ਚਾਹੋਗੇ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਲੈ ਕੇ ਤੇ ਜੋ ਬਲਟੋਆ ਸਾਹਿਬ ਦੀ ਤੁਸੀਂ ਗੱਲਬਾਤ ਵੀ ਸੁਣੀ? ਦੇਖੋ, ਜਥੇਦਾਰ ਸਾਹਿਬ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ। ਬਲਟੋਆ ਸਾਹਿਬ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਬੜਾ ਇਤਿਹਾਸ ਹੈਗਾ, ਬਿਲਕੁਲ ਹੈਗਾ ਇਤਿਹਾਸ, ਪਰ ਉੱਥੇ ਹੀ ਜਿੱਦਾਂ ਕਾਂਗਰਸ ਦਾ ਇੱਕ ਇਤਿਹਾਸ ਹੈ ਆਜ਼ਾਦੀ ਦਾ, ਅੱਜ ਵਾਲੀ ਕਾਂਗਰਸ ਵੀ ਹੈ, ਤਦ ਵਾਲੀ ਕਾਂਗਰਸ ਵੀ ਸੀ। ਹਰ ਸਮੇਂ ਤੇ ਸਮੇਂ ਨਾਲ ਪਾਰਟੀ ਦੇ ਲੀਡਰ, ਆਗੂ
ਬਦਲਦੇ ਨੇ ਔਰ ਕਈ ਸਾਰੇ ਮਾਮਲੇ ਹੁਣ ਉਜਾਗਰ ਹੁੰਦੇ ਨੇ ਕਾਂਗਰਸ ਪਾਰਟੀ ਦੇ, ਉਹ ਅਲੱਗ ਗੱਲ ਹੈ। ਉੱਥੇ ਅਕਾਲੀ ਦਲ ਦਾ ਵੀ ਮਾਮਲਾ ਹੈ। ਅਕਾਲੀ ਦਲ ਦੇ ਇਤਿਹਾਸ ਬੜਾ ਵੱਡਾ ਹੈ, ਬਾਬਾ ਖੜਕ ਸਿੰਘ ਤੋਂ ਲੈ ਕੇ ਬਾਦਲ ਸਾਹਿਬ ਤੱਕ ਦਾ ਇਤਿਹਾਸ ਹੈ। ਪਰ ਕੀ ਉਹ ਅਕਾਲੀ ਦਲ ਉਹੀ ਅਕਾਲੀ ਦਲ ਰਿਹਾ ਜਿਹੜਾ ਉਸ ਵੇਲੇ ਅਕਾਲੀ ਦਲ ਸੀ? ਪਹਿਲੀ ਗੱਲ। ਔਰ ਦੂਜੀ ਗੱਲ, ਅਸੀਂ ਨਹੀਂ ਕਹਿ ਰਹੇ ਜੀ, ਇਹ ਜੱਜਾ ਸਾਹਿਬ ਨੇ ਕਿਹਾ ਹੈ ਕਿ ਮੁੜ ਤੋਂ ਬਣੇ ਜੀ, ਮਤਲਬ ਹੁਣ ਨਹੀਂ ਹੈਗੀ ਇਸ ਵੇਲੇ ਜੀ। ਤਾਂ ਉਹ ਕਹਿ ਰਹੇ ਕਿ ਸਰਮਾਇਆਦਾਰਾਂ ਦੀ ਪਾਰਟੀ ਤੋਂ ਹਟ ਕੇ ਬਣੇ। ਸਾਰੀ ਜੱਜਾ ਸਾਹਿਬ ਨੇ ਇੱਕ ਰਿਕੁਐਸਟ ਹੈ, ਤੁਸੀਂ ਅਕਾਲੀ ਦਲ ਨੂੰ ਰਿਵਾਈਜ਼ ਕਰਨਾ ਹੈ, ਆਪ ਜੀ ਜ਼ਰੂਰ ਕਰੋ। ਅਕਾਲੀ ਦਲ ਦੇ ਸ਼ੁਭ ਚਿੰਤਕ ਰਹੋ, ਅੱਛੀ ਗੱਲ ਹੈ, ਪਰੰਤੂ ਪੂਰੀ ਕੌਮ ਅਕਾਲੀ ਦਲ ਨਹੀਂ ਹੈਗੀ ਜੀ। ਸਾਰੀ ਕੌਮ ਅਕਾਲੀ ਦਲ ਨਹੀਂ ਹੈਗੀ ਜੀ। ਅਕਾਲੀ ਦਲ ਕੁੱਲ ਮਿਲਾ ਕੇ 3 ਸੀਟਾਂ ਜਿੱਤੇ ਪੰਜਾਬ ਵਿੱਚ ਐਤਕੀ ਜੀ। ਤੇ ਇਸ ਕਰਕੇ ਇਹ ਕਹਿ ਦੇਣਾ ਵੀ ਸਿਰਫ ਅਕਾਲੀ ਦਲ ਦੀ ਗੱਲ ਕਰਨਾ ਵੀ ਕੌਮ ਅਕਾਲੀ ਦਲ ਤੋਂ ਅੱਗੇ ਹੈ ਔਰ ਅਕਾਲੀ ਦਲ ਸਿਰਫ ਇਕੱਲਾ ਸਿਰਫ ਨੁਮਾਇੰਦਗੀ ਨਹੀਂ ਕਰਦਾ ਸਿੱਖਾਂ ਦੀ। ਇਹ ਗੱਲ ਸਮਝਾਣੀ ਚਾਹੀਦੀ ਔਰ ਰਿਕੁਐਸਟ ਕੀਤੀ ਅਸੀਂ ਕਿ ਇਹ ਵੀ ਦੱਸ ਦਿਓ ਵੀ ਕਿਹੜੇ ਕਿਹੜੇ ਹੋਰ ਸਰਮਾਇਆਦਾਰ ਨੇ। ਸਰਮਾਇਆਦਾਰਾਂ ਦੀ ਪਾਰਟੀ ਹੈ, ਸਭ ਤੋਂ ਇੱਕ ਬਾਦਲ ਸਾਹਿਬ ਦਿਖਦੇ ਨੇ ਉੱਥੇ, ਮਤਲਬ ਸੁਖਬੀਰ ਬਾਦਲ ਦਿਖਦੇ ਨੇ, ਜਾਂ ਉਹਨਾਂ ਪਰਿਵਾਰ ਵਿਖਦਾ ਹੈ। ਇਹ ਵੱਡੇ ਬਾਦਲ ਸਾਹਿਬ ਦੀ ਗੱਲਾਂ ਕਰਦੇ, ਬਹੁਤ ਅੱਛੀ ਗੱਲ ਹੈ। ਵੱਡੇ ਬਾਦਲ ਸਾਹਿਬ ਨੇ ਬੜਾ ਕੰਮ ਕੀਤਾ ਹੈ, ਬੜੀ ਕੁਰਬਾਨੀਆਂ ਵੀ ਦਿੱਤੀਆਂ, ਬੜਾ ਕੁਝ ਕੀਤਾ ਹੈ ਜੀ। ਪਰ ਜਿਹੜੀ ਪਾਰਟੀ ਚੱਲਦੀ ਹੈ, ਉਹ ਜਿਹਨਾਂ ਕੋਲ ਪਾਰਟੀ ਦਾ ਕੰਟਰੋਲ ਹੈ ਜੀ, ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਰਾਜ ਰਹਿੰਦੇ ਹੋਏ ਜਿਹੜਾ ਬੇਇੱਜ਼ਤੀ ਵਾਲਾ ਮਾਮਲਾ ਹੋਇਆ, ਉੱਥੇ ਜਿਹੜੇ ਬੱਚਿਆਂ ਦੇ ਗੋਲੀਆਂ ਚੱਲੀਆਂ, ਉਹ SIT ਦੀ ਰਿਪੋਰਟ ਹੈ। ਹੁਣ ਇਹ ਕਹਿੰਦੀ ਇਹ ਪੋਲੀਟੀਕਲ ਹੈ। ਹੁਣ ਅਗਲਾ ਜਵਾਬ ਆਸਾਨੀ ਨਾਲ ਲੱਗੇਗਾ ਪੋਲੀਟੀਕਲ ਹੈ। ਤੁਸੀਂ ਕੋਰਟ ਜਾ ਕੇ ਕੇਸ ਕ੍ਰੈਸ਼ ਹਰ ਦੇ ਕੋਰਟ ਕਿਉਂ ਨਹੀਂ ਮੂਵ ਕੀਤਾ? ਕੋਰਟ ਜਾ ਕੇ ਕੇਸ ਆਪਣੇ ਖਿਲਾਫ ਕ੍ਰੈਸ਼ ਕਿਉਂ ਨਹੀਂ ਕਰਾਇਆ? ਹਰ ਗੱਲ ਤੇ ਇਹ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਅਸੀਂ ਇਹਨੂੰ ਜਦ ਆਏਗਾ ਫਿਰ ਨਿਪਟਾਂਗੇ ਜੀ। ਇਸ ਕਰਕੇ ਜਿਹੜੇ ਸਾਰੀ ਬੇਨਤੀ ਜਸਦਾਰ ਸਾਹਿਬ ਨੂੰ, ਜਸਦਾਰ ਸਾਹਿਬ ਤੁਸੀਂ ਕੌਮ ਨੂੰ ਰਿਪਰੈਜ਼ੈਂਟ ਕਰੋ, ਸਿਰਫ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਾ ਕਰੋ ਔਰ ਸਿਰਫ ਅਕਾਲੀ ਦਲ ਨਾਲ ਗੱਲ ਕਰੋ, ਪੂਰੀ ਕੌਮ ਦੀ ਗੱਲ ਕਰੋ ਜੀ। ਖੈਰ ਇਸ ਦਾ ਜਵਾਬ ਤਾਂ ਜਥੇਦਾਰ ਸਾਹਿਬ ਹੀ ਦੇ ਸਕਦੇ ਨੇ ਕਿ ਉਹਨਾਂ ਨੇ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਬਤ ਕਿਉਂ ਕਹੀਆਂ। ਵਿਰਸਾ ਸਿੰਘ ਵਲਟੋਆ ਜੀ, ਜੋ ਗੱਲ ਅਸੀਂ ਪਹਿਲਾਂ ਕਰ ਰਹੇ ਸੀ ਜਾਂ ਜੋ ਗੱਲ RP ਸਿੰਘ ਜੀ ਨੇ ਵੀ ਰੱਖੀ ਹੈ, ਜਦੋਂ ਇਹ ਗੱਲ ਆਉਂਦੀ ਹੈ ਕਿ ਸਰਮਾਏਦਾਰਾਂ ਦੀ ਪਾਰਟੀ, ਤੇ ਜਥੇਦਾਰ ਕਹਿ ਰਹੇ ਨੇ ਮੁੜ ਤੋਂ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਬਣਨਾ ਪਏਗਾ, ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨੀ ਪਏਗੀ, ਕਿਸਾਨਾਂ ਮਜ਼ਦੂਰਾਂ ਨੂੰ ਰਿਪਰੈਜ਼ੈਂਟ ਕਰਨਾ ਪਏਗਾ, ਉਹਨਾਂ ਦਾ ਸੰਘਰਸ਼ ਹੋਏਗਾ, ਉਹ ਲੀਡ ਕਰਨਗੇ, ਉਦੋਂ ਅਕਾਲੀ ਦਲ ਜਿੱਤੇਗਾ। ਦੇਖੋ, ਮੈਂ ਬੇਨਤੀ ਕਰਾਂ ਜੀ, ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਜਿਹਨੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਣਾ ਤੇ ਉਹਨਾਂ ਨੂੰ ਆਮ ਆਵਾਮ ਦੀ ਗੱਲ ਕਰਨੀ ਪਊਗੀ, ਆਮ ਆਵਾਮ ਵਾਸਤੇ ਜਿਹੜਾ ਆ ਅੱਗੇ ਹੋ ਕੇ ਲੜਨਾ ਪਊਗਾ। ਔਰ ਇਹ ਕੋਈ ਡਰਾਮਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਅਲੌਕਿਕ ਇਤਿਹਾਸ ਰਿਹਾ ਆ। ਜੇ ਕੋਈ ਕਮੀ ਆਈ ਹੈ, ਕਮੀ ਨੂੰ ਦੂਰ ਕਰਨਾ ਜਾਂ ਉਹਦੇ ਬਾਰੇ ਜਥੇਦਾਰ ਦਾ ਸੁਚੇਤ ਕਰਨਾ ਕੋਈ ਮਾੜੀ ਗੱਲ ਨਹੀਂ। ਔਰ ਅਕਾਲੀ ਦਲ ਦੇ ਵਿੱਚ ਵੀ ਜੇ ਕੋਈ ਕਮੀ ਹੈ ਤੇ ਉਹਨੂੰ ਦੂਰ ਕਰਕੇ ਅੱਗੇ ਵਧਣਾ ਚਾਹੀਦਾ ਹੈ। ਔਰ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲੋਂ ਇਹ ਨਹੀਂ ਕਿ ਸਾਡੇ 'ਚ ਕਮੀਆਂ ਨਹੀਂ ਆਈਆਂ, ਕਮੀਆਂ ਨਹੀਂ ਆਈਆਂ ਹੋਣਗੀਆਂ। ਕਮੀਆਂ ਜਿਹੜੀਆਂ ਆਈਆਂ ਸੀ ਉਹਨਾਂ ਨੂੰ ਅਸੀਂ ਵਿਚਾਰਿਆ ਵੀ ਹੈ, ਉਹਨਾਂ ਨੂੰ ਦੂਰ ਵੀ ਕੀਤਾ ਆ। ਔਰ ਜਿਹੜੀ ਗੱਲ ਸਰਦਾਰ RP ਸਿੰਘ ਹੋਰੀ ਗੱਲ ਕਰਦੇ ਆ ਕਿ ਜਥੇਦਾਰ ਸਾਰਿਆਂ ਦੇ ਸਾਂਝੇ ਹੈ, ਇਹ ਅਕਾਲੀ ਦਲ ਦੀ ਗੱਲ ਕਿਉਂ ਕਰਦੇ? ਚੁੱਭਦੀ ਹੈ ਨਾ, ਚੁੱਭਦੀ ਇਸ ਕਰਕੇ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਤੇ ਸਿਰਜਿਆ ਗਿਆ ਸੀਗਾ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਸਮੁੱਚੀ ਕੌਮ ਨੇ ਸਿਰਜਿਆ ਸੀਗਾ। ਇਹ ਕੋਈ ਜਿਸ ਪਾਰਟੀ 'ਚ ਬੈਠੇ ਆ ਉਹ ਕਿਵੇਂ ਸਿਰਜੀ ਗਈ ਇਹਨਾਂ ਨੂੰ ਜ਼ਿਆਦਾ ਪਤਾ ਆ। ਹਾਂਜੀ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜ੍ਹੋ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੋਟੇ ਰੂਪ 'ਚ ਜਵਾਬ ਦੇ ਵੀ ਆ ਕਿਉਂਕਿ ਇਹ ਅਕਾਲ ਤਖਤ ਸਾਹਿਬ ਤੇ ਸਿਰਜੀ ਹੋਈ ਹੈ। ਦੂਸਰੀ ਗੱਲ ਜਿਹੜੀ ਹੈ, ਮੈਨੂੰ ਇਹ ਵੀ ਦੱਸ ਦੇਣ RP ਸਿੰਘ ਹੋਰੀ ਕਿ ਜਥੇਦਾਰ ਸਾਹਿਬ ਨੇ ਜਿਹੜਾ ਇਹ ਬਿਆਨ ਕੀਤਾ ਆ ਕਿ ਤੁਸੀਂ ਸਿੱਖਾਂ ਦੀ ਪਾਰਲੀਮੈਂਟ ਦੇ 2 ਹਿੱਸੇ ਕਰਤੇ। ਔਰ ਤੁਹਾਨੂੰ ਵੀ ਪਤਾ ਕਿ ਜਥੇਦਾਰ ਸਾਹਿਬਾਨ ਨੇ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਜਾਂ ਹੋਂਦ 'ਚ ਆਈ ਸੀ, ਉਸ ਸਮੇਂ ਤੋਂ ਲੈ ਕੇ ਸਮੇਂ ਤੇ ਬਿਆਨ ਦਿੰਦੇ ਰਹੇ ਤੁਸੀਂ ਕਿੰਨਾ ਕਸਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਕੇ ਤੁਹਾਡੇ ਤਰਲੇ ਮਾਰਦੇ ਰਹੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਜਿਹੜਾ ਚੁੱਕਿਆ ਗਿਆ ਹੈ ਇਹਨੂੰ ਰੋਕੋ, ਤੁਸੀਂ ਰੋਕਿਆ। RP ਸਿੰਘ ਜੀ, ਇੱਕ ਮਿੰਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ 2 ਹਿੱਸੇ ਕਰਤੇ ਔਰ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਿਵੇਂ ਤੁਸੀਂ ਉੱਥੇ ਹਾਸਲ ਕੀਤਾ, ਲਿਜਾ ਕੇ ਪੁਲਿਸ ਲਿਜਾ ਕੇ ਗੋਲਕਾਂ ਤੋੜੀਆਂ, ਜੰਦਰੇ ਤੋੜੇ ਔਰ ਪ੍ਰਸ਼ਾਸਨ ਦੀ ਤਾਕਤ ਦੇ ਉੱਤੇ ਤੁਸੀਂ ਉੱਥੇ ਜਿਹੜੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹਾਸਲ ਕੀਤਾ ਕੀ ਸ਼ੋਭਾ ਦਿੰਦਾ ਹੈ। ਔਰ ਜਥੇਦਾਰ ਨੂੰ ਇਹ ਕਹਿਣਾ ਪਿਆ ਕਿ ਸਾਡੀ ਤੁਸੀਂ ਪਾਰਲੀਮੈਂਟ ਤੋੜੀ ਹੈ, ਸਾਡੀ ਪਾਰਲੀਮੈਂਟ ਸਿੱਖਾਂ ਦੀ ਪਾਰਲੀਮੈਂਟ, ਤੇ ਤੁਸੀਂ ਜੇ ਦੇਸ਼ ਦੀ ਆਪਣੀ ਪਾਰਲੀਮੈਂਟ ਦੀ ਮਜ਼ਬੂਤੀ ਚਾਹੁੰਦੇ ਜੇ, ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੀ ਤੁਹਾਨੂੰ ਵੱਧਵਾ ਲੱਗੂਗੀ ਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਦੇ ਟੁਕੜੇ ਹੋਣਗੇ। ਇਹ ਵੀ ਜਥੇਦਾਰ ਨੇ ਕਿਹਾ, ਵੀ ਦੱਸ ਦਿਓ ਜੀ। ਸਾਡੇ ਕੋਲ ਸਮਾਂ ਥੋੜਾ ਘੱਟ ਹੈ RP ਸਿੰਘ ਜੀ, ਇੱਕ ਆਖਰੀ ਰਿਐਕਸ਼ਨ।
ਪਹਿਲੀ ਗੱਲ ਤੇ ਜਿਹੜੀ ਉਹ ਐਸਜੀਪੀਸੀ ਹੈ ਉਹ ਪਾਰਲੀਮੈਂਟ ਨਹੀਂ ਬਣਾਈ ਸੀ, ਉਹ ਪਾਰਲੀਮੈਂਟ ਦੇ ਐਕਟ ਦੇ ਅੰਦਰ ਬਣੀ ਹੋਈ ਹੈ, ਇਹ ਨਹੀਂ ਪਹਿਲੀ। ਦੂਜੀ ਗੱਲ ਜੋ ਹੋ ਰਿਹਾ ਉਹ ਕੋਰਟ ਦੇ ਆਰਡਰ ਨਾਲ ਹੋ ਰਿਹਾ, ਕੋਈ ਇਹ ਨਹੀਂ ਕਿਸੇ ਪਾਰਟੀ ਨੇ ਇਨੀਸ਼ੀਏਟਿਵ ਲਿੱਤਾ ਹੈ, ਕਿਸੇ ਸਰਕਾਰ ਨੇ ਇਨੀਸ਼ੀਏਟਿਵ ਲਿੱਤਾ ਹੈ। ਤੀਜੀ ਗੱਲ ਆਪਣੀ ਗੱਲ ਤੋਂ ਫਿਰ ਨੱਠ ਗਏ ਨੇ ਜੀ, ਇਹ ਨਹੀਂ ਦੱਸ ਰਹੇ ਕਿ ਅਕਾਲੀ ਦਲ ਨੇ ਕਿਹੜੇ ਲੋਕ ਸਰਮਾਇਆ ਕਮਾਇਆ ਕਿੱਥੋਂ ਹੈ, ਇਹ ਵੀ ਦੱਸਣ। ਸਰਮਾਇਆ ਕਮਾਇਆ ਕਿੱਥੇ, ਅੱਜ ਜਿਹੜਾ ਅਰਬਾਂ ਖਰਬਾਂ ਰੁਪਏ ਦੀ ਜਿਹੜੀ ਪ੍ਰਾਪਰਟੀਆਂ ਬਣਾਈਆਂ ਅਕਾਲੀ ਦਲ ਦੇ ਲੀਡਰਸ ਨੇ ਉਹ ਕਿੱਥੋਂ ਕਮਾਈਆਂ ਨੇ ਜੀ, ਉਹ ਕਿਹੜੇ ਧੰਦਿਆਂ ਚੋਂ ਕਮਾਈਆਂ ਨੇ ਜੀ, ਉਹ ਵੀ ਦੱਸਣਾ ਪਏਗਾ ਜੀ। ਔਰ ਤੀਜੀ ਆਖਰੀ ਗੱਲ, ਜਿਹੜੀ ਬੇਅਦਬੀ ਵਾਲਾ ਜਿਹੜਾ ਮਾਮਲਾ ਹੈ ਉਹ ਇੱਕ ਪਾਕ ਸਾਫ ਨਿਕਲ ਆਈ ਹੈ ਅਕਾਲੀ ਦਲ, ਜਿਹੜੀ ਅੱਜ ਆਪਣੇ ਨੂੰ ਸੋ ਕੋਲ ਅਕਾਲੀ ਦਲ ਕਹਿੰਦੇ ਆਪਣੇ ਆਪ ਨੂੰ ਪਾਕ ਸਾਫ ਕਹਿੰਦੇ ਨੇ ਕਿ ਅਸੀਂ ਪਾਕ ਸਾਫ ਆ, ਔਰ ਪਾਕ ਸਾਫ ਹੋ ਰਿਹਾ ਪਏਗਾ ਕੋਰਟ ਤੋਂ ਜਾ ਕੇ ਆਪਣੇ ਨੂੰ ਬਰੀ ਕਰਾਉਣਾ ਪਏਗਾ। ਚਲੋ ਇਹ ਕਹਿ ਰਿਹਾ ਕਿ ਸਾਡੇ ਖਿਲਾਫ ਪੋਲੀਟੀਕਲ ਵੈਂਡੇਟਾ ਹੋ ਰਿਹਾ, ਬਿਲਕੁਲ ਹੋ ਰਿਹਾ, ਪਰ ਤੁਹਾਨੂੰ ਜਾ ਕੇ ਕੋਰਟ ਤੋਂ ਪਾਕ ਸਾਫ ਕਰਾਉਣਾ ਪਏਗਾ, ਔਰ ਜਦ ਤੱਕ ਨਹੀਂ ਕਰਾਓਗੇ ਤਦ ਤੱਕ ਤੁਹਾਡੇ ਤੋਂ ਕੁਐਸਚਨ ਉੱਠਣਗੇ। ਔਰ ਮੇਰੀ ਫਿਰ ਬੇਨਤੀ ਹੈ ਖਾਲਸਾ ਤੁਹਾਨੂੰ, ਪੂਰੀ ਕੌਮ ਅਕਾਲੀ ਦਲ ਨਹੀਂ ਹੈਗੀ। ਜਿਹੜੇ ਲੋਕੀ ਹੈਦਰਾਬਾਦ ਰਹਿੰਦੇ, ਨਾਂਦੇੜ ਸਾਹਿਬ ਰਹਿੰਦੇ ਨੇ, ਉਹ ਅਕਾਲੀ ਦਲ ਦੇ ਨਾਲ ਨਹੀਂ ਚੱਲਦੇ ਜ਼ਰੂਰੀ। ਜਿਹੜੇ ਬੰਬੇ ਰਹਿੰਦੇ ਨੇ ਉਹ ਅਕਾਲੀ ਦਲ ਦੇ ਨਾਲ ਨਹੀਂ ਚੱਲਦੇ, ਜਿਹੜੇ ਸਾਰੇ ਦਿੱਲੀ ਰਹਿੰਦੇ ਨੇ ਅਕਾਲੀ ਦਲ ਦੇ ਨਾਲ ਨਹੀਂ ਚੱਲਦੇ ਜੀ। ਉਹ ਜਿਹੜਾ ਅਕਾਲੀ ਦਲ, ਜਿਹੜਾ ਤੁਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹੋ, ਉਹ ਅਕਾਲੀ ਦਲ ਰਿਹਾ ਵੀ ਨਹੀਂ ਜਿਹੜਾ 1920 ਬਣਿਆ ਸੀ। ਇਹ ਅਕਾਲੀ ਦਲ ਕੁਝ ਹੋਰ ਅਕਾਲੀ ਦਲ ਹੈਗਾ ਜੀ। ਮੁੜ ਤੋਂ ਅਕਾਲੀ ਦਲ ਬਣਾਉਣ ਦੀ ਉਸ ਨੂੰ ਜਥੇਦਾਰ ਨੇ ਜੋ ਬਿਆਨ ਦਿੱਤਾ ਹੈ ਕਿ ਮੁੜ ਤੋਂ ਉਸੇ ਰੂਪ ਦੇ ਵਿੱਚ ਆਵੇ। ਫਿਲਹਾਲ ਸ਼ੁਕਰੀਆ ਆਰਪੀ ਸਿੰਘ ਜੀ, ਸਮਾਂ ਸਾਡੇ ਕੋਲ ਥੋੜਾ ਘੱਟ ਹੈ। ਵਿਰਸਾ ਸਿੰਘ ਵਲਟੋਆ ਜੀ ਤੁਹਾਡਾ ਵੀ ਸ਼ੁਕਰੀਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਬਿਆਨ ਦਿੱਤਾ ਹੈ ਅਕਾਲੀ ਦਲ ਨੂੰ ਲੈ ਕੇ ਕਿ ਅਕਾਲੀ ਦਲ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਸੀ, ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ। ਅਕਾਲੀ ਦਲ ਨੂੰ ਮੁੜ ਤੋਂ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਬਣਨਾ ਪਏਗਾ, ਜਿਸ ਨੂੰ ਲੈ ਕੇ ਸਿਆਸੀ ਘਮਸਾਨ ਛਿੜਦਾ ਨਜ਼ਰ ਆ ਰਿਹਾ ਹੈ।